साडे लोकां लई बड़ा ही काम कीता। साडे लोकां दे बड़े बखेड़े सी, बड़े रोने सी, साडा आपसी कले कलेश भी बहुत सी। ना साडे घरां च सुख सी, ना साडे कारोबारां विच सुख सी, साडी किते भी संतुष्टि नहीं सी। ਅਸੀਂ ਜਿੱਧਰ ਨੂੰ ਵੀ ਜਾਂਦੇ ਸਾਂ ਨਾ, ਜਿੱਧਰ ਨੂੰ ਵੀ ਜਾਂਦੇ ਸਾਂ, ਹਰ ਇੱਕ ਪਾਸੇ ਤੋਂ ਸਾਡੇ ਪੱਲੇ ਨਿਰਾਸ਼ਤਾ, ਰੋਣਾ, ਪਛਤਾਵਾ ਇਹੀ ਕੁਝ ਸੀਗਾ। ਲੁੱਟ ਖਸੁੱਟ ਸੀ, ਧੱਕੇ ਧੋੜੇ ਸੀ, ਮਾਰ ਕੁਟਾਈ ਸੀ, ਪਰ ਪਤਾ ਨਹੀਂ ਕਿੰਨਾ ਕੋ ਇਹੋ ਜਿਹਾ ਗੁਲਾਮੀ ਦਾ ਜੰਜਾਲ ਜਿਹੜਾ ਸਾਡੇ ਸਿਰਾਂ ਤੇ, ਸਾਡੀਆਂ ਗਲਾਂ 'ਚ ਸਮੇਂ ਦੇ ਹਾਕਮਾਂ ਨੇ, ਸਮੇਂ ਦੇ ਧਾਰਮਿਕ ਪੁਜਾਰੀਆਂ ਨੇ ਜੋ ਮੜਿਆ ਹੋਇਆ ਸੀ। ਔਰ ਕੋਈ ਜੇਕਰ ਤੁਸੀਂ ਬਾਣੀ ਪੜ੍ਹਦੇ ਹੋ ਤਾਂ ਤੁਹਾਨੂੰ ਯਾਦ ਆ ਜਾਏਗਾ, ਜੇ ਤੁਸੀਂ ਇਤਿਹਾਸ ਨੂੰ ਕਿਸੇ ਢੰਗ ਤਰੀਕੇ ਨਾਲ ਮਨ 'ਚ ਲਾ ਕੇ ਪੜ੍ਹਿਆ ਹੈ ਜਾਂ ਕਦੀ ਸੁਣਿਆ ਹੈ ਬਹਿ ਕੇ ਧਿਆਨ ਨਾਲ, ਤੁਹਾਨੂੰ ਤਾਂ ਪਤਾ ਲੱਗ ਜਾਏਗਾ ਕਿ ਕਦੀ ਉਹ ਵੀ ਇਹ ਸਮਾਂ ਸੀ ਸਾਡੇ ਲੋਕ ਇੱਕ ਦੂਜੇ ਦੇ ਪਰਛਾਵੇਂ ਤੋਂ ਹੀ ਡਰਦੇ ਸੀ। ਅੰਦਾਜ਼ਾ ਲਾਓ ਤੁਸੀਂ ਕਿੰਨਾ ਕੋਈ ਜ਼ਹਿਰ ਜਿਹੜਾ ਹੈ ਉਹ ਸਾਡੇ ਲੋਕਾਂ ਦੇ ਮਨਾਂ 'ਚ ਭਰਿਆ ਹੋਇਆ ਸੀ। ਔਰ ਖਿਮਾ ਕਰਿਓ, ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬਹਿ ਕੇ ਇਸ ਮਸਲੇ ਨੂੰ ਜ਼ਹਿਰ ਕਹਿ ਰਹੇ ਹਾਂ, ਪਰ ਜਦੋਂ ਇਹ ਵਰਤਾਰਾ ਵਰਤ ਰਿਹਾ ਸੀ ਨਾ ਗੁਰੂ ਸਾਹਿਬ ਜੀ ਤੋਂ ਪਹਿਲਾਂ, ਉਦੋਂ ਇਹਨੂੰ ਜ਼ਹਿਰ ਨਹੀਂ ਸੀ ਕਿਹਾ ਜਾਂਦਾ, ਉਦੋਂ ਇਹਨੂੰ ਧਰਮ ਕਿਹਾ ਜਾਂਦਾ ਸੀ। ਇਹ ਧਰਮ ਸੀ, ਬੜਾ ਵੱਡਾ ਧਰਮ ਸੀ। ਔਰ ਇਹ ਧਰਮ ਦੀ ਪਾਲਣਾ ਲਗਭਗ ਜਿਹੜੇ ਲੋਕ ਧਰਮ ਦੀ ਛਤਰੀ ਥੱਲੇ ਆ ਰਹੇ ਸੀ ਉਹ ਸਭ ਪਾਲਣਾ ਕਰ ਰਹੇ ਸੀ ਕਿ ਕੋਈ ਵੀ ਨੀਵਾਂ ਬੰਦਾ, ਨੀਵੀਂ ਬਰਾਦਰੀ ਦਾ, ਨੀਵੀਂ ਜਾਤ ਦਾ ਬੰਦਾ ਕਿਸੇ ਉੱਚੇ ਦੇ ਉੱਤੇ ਆਪਣਾ ਪਰਛਾਵਾਂ ਨਹੀਂ ਪਾ ਸਕਦਾ। ਇਹ ਰੌਲਾ ਰਿਹਾ। ਅੱਜ ਅਸੀਂ ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਜ਼ਹਿਰ ਕਹਿ ਰਹੇ ਹਾਂ ਕਿ ਜ਼ਹਿਰ ਭਰਿਆ ਸੀ ਲੋਕਾਂ ਦੇ ਮਨਾਂ 'ਚ, ਪਰ ਉਸ ਵੇਲੇ ਜਦੋਂ ਗੁਰੂ ਸਾਹਿਬ ਕੰਮ ਕਰਦੇ ਸੀ ਸਾਡੇ ਲਈ, ਉਦੋਂ ਇਹਨੂੰ ਧਰਮ ਕਿਹਾ ਜਾਂਦਾ ਸੀ। ਇਹ ਧਰਮ ਦੀ ਸੇਵਾ ਸੀ, ਇਹ ਧਰਮ ਦਾ ਕਰਮ ਸੀਗਾ ਕਿ ਅਸੀਂ ਦੂਜੇ ਦੇ ਪਰਛਾਵੇਂ ਤੋਂ ਬਚ ਕੇ ਰਹੀਏ। ਜਿਹੜੀ ਛੂਤ ਛਾਤ ਹੈ, ਊਚ ਨੀਚ ਹੈ, ਇਹਨੂੰ ਅਸੀਂ ਪੱਕਿਆਂ ਕਰਕੇ ਰੱਖੀਏ। ਇਹ ਧਰਮ ਮੰਨਿਆ ਜਾ ਰਿਹਾ ਸੀ। ਅੱਜ ਜਦੋਂ ਅਸੀਂ ਇਦਾਂ ਜੁੜ ਕੇ ਬੈਠਨੇ ਆ, ਗੁਰੂ ਸਾਹਿਬ ਜੀ ਦੇ ਗੁਰਪੁਰਬ ਮਨਾਉਂਦੇ ਆ, ਸਤਿਗੁਰੂ ਜੀ ਦੀ ਬਾਣੀ ਪੜ੍ਹਦੇ ਆ, ਜਦੋਂ ਕਦੀ ਇਦਾਂ ਦਾ ਪ੍ਰਬੰਧ ਉਲੀਕਿਆ ਜਾਂਦਾ, ਅਸੀਂ ਸਾਰਾ ਆਪਣਾ ਕੰਮਕਾਰ ਛੱਡ ਕੇ, ਰੁਝੇਵੇਂ ਛੱਡ ਕੇ ਗੁਰੂ ਦੇ ਕੋਲ ਆ ਬੈਠਨੇ ਆ। ਇਸ ਗੱਲ ਨੂੰ ਇਦਾਂ ਅਸੀਂ ਸਵੀਕਾਰ ਕਰਿਆ ਕਰੀਏ ਕਿ ਮਹਾਰਾਜ ਦੇ ਪਰਉਪਕਾਰ ਸਾਡੇ ਤੇ ਇੰਨੇ, ਸਾਡੇ ਤੇ ਏਡਾ ਵੱਡਾ ਕਰਜ਼ਾ ਆ, ਸਾਡੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਇੰਨੀਆਂ ਰਹਿਮਤਾਂ ਆ। ਜੇ ਅਸੀਂ ਆ ਘੰਟਾ 2 ਘੰਟੇ ਇਦਾਂ ਬਹਿਨੇ ਆ ਨਾ, ਇਹਦੇ ਚੋਂ ਕੁਝ ਸੁਣਦੇ ਆ, ਕੁਝ ਸਮਝਦੇ ਆ, ਕੁਝ ਆਪਣੇ ਜੀਵਨ 'ਚ ਧਾਰਨ ਕਰਦੇ ਆ, ਸਮਝ ਲਓ ਕਿ ਅਸੀਂ ਵੱਡੇ ਕਰਜ਼ੇ ਦੇ ਵਿੱਚੋਂ ਇੱਕ ਥੋੜਾ ਜਿਹਾ ਹਿੱਸਾ ਜਿਹੜਾ ਉਹ ਉਤਾਰਨ ਦਾ ਯਤਨ ਕੀਤਾ। ਉਤਰਿਆ ਕਿ ਨਹੀਂ ਉਤਰਿਆ ਇਹ ਗੱਲ ਬਾਤ ਦੀ ਹੈ, ਪਰ ਅਸੀਂ ਯਤਨ ਕੀਤਾ ਕਿ ਸਾਡੇ ਕਰਜ਼ਾ ਜਿਹੜਾ ਮੱਥੇ ਲੱਗਾ ਹੋਇਆ ਹੈ, ਉਹ ਕਰਜ਼ੇ ਚੋਂ ਥੋੜਾ ਜਿਹਾ ਹਿੱਸਾ ਅਸੀਂ ਗੁਰੂ ਦੇ ਸਾਹਮਣੇ ਬਹਿ ਕੇ ਗੁਰੂ ਦੇ ਪਰਉਪਕਾਰਾਂ ਦਾ ਕਰਜ਼ਾ ਚੁਕਾ ਸਕੀਏ। ਇਹ ਸਾਡੇ ਲਈ ਬੜਾ ਜ਼ਰੂਰੀ ਹੈ। ਮਹਾਰਾਜ ਦੇ ਬੜੇ ਹੀ ਪਰਉਪਕਾਰ ਨੇ, ਅੱਜ ਆਪਾਂ ਯਾਦ ਕਰਾਂਗੇ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਆ। ਮੈਂ ਇੱਕ ਸਵਈਆ ਭੱਟ ਸਾਹਿਬਾਨ ਜੀ ਦਾ ਤੁਹਾਡੇ ਨਾਲ ਸਾਂਝਾ ਕੀਤਾ, ਔਰ ਖੁਸ਼ੀ ਇਸ ਗੱਲ ਦੀ ਹੈ ਕਿ ਤੁਸੀਂ
ਭੱਟ ਸਾਹਿਬਾਨ ਜੀ ਦੀ ਨਜ਼ਰ ਵਿੱਚ ਵੀ ਭੱਟ ਸਾਹਿਬਾਨ ਜੀ ਵੱਲੋਂ ਜੋ ਸਾਡੇ ਲਈ ਪੇਸ਼ ਕੀਤਾ ਗਿਆ ਬਾਣੀ ਵਿੱਚ ਦੀ, ਧੰਨਵਾਦ ਤੁਹਾਡਾ ਪ੍ਰਬੰਧਕਾਂ ਦਾ, ਸੰਗਤਾਂ ਦਾ, ਜਿਨ੍ਹਾਂ ਨੇ ਇਸ ਬਾਣੀ ਨੂੰ ਪੜ੍ਹਨ, ਸਮਝਣ, ਵਿਚਾਰਨ ਲਈ ਇਹ ਸਬਬ ਰਚਿਆ ਹੋਇਆ, ਵਰਨਾ ਇੱਥੋਂ ਤੱਕ ਅਸੀਂ ਜਾਂਦੇ ਹੀ ਨਹੀਂ। ਬਹੁਤੀ ਵਾਰ ਤਾਂ ਅਸੀਂ ਖਾ ਪੀ ਕੇ ਤੇ ਐਵੇਂ ਫੋਕੇ ਜਕਾਰੇ ਜਕੂਰੇ ਲਾ ਕੇ ਮੱਥੇ ਟੇਕ ਕੇ ਇਧਰ ਉਧਰ ਘੁੰਮ ਫਿਰ ਕੇ ਨਿਕਲ ਜਾਂਦੇ ਆ, ਅਸੀਂ ਸੁਣਦੇ ਹੀ ਕੱਖ ਨਹੀਂ। ਇਹ ਤੇ ਇੰਨੀ ਕੁ ਲੋ ਇੱਥੇ ਕ ਆਪਾਂ ਜਗਾਈ ਤੇ ਤੁਸੀਂ ਸੰਭਾਲ ਕੇ ਤੁਰ ਰਹੇ ਹੋ। ਇਹ ਸਾਰੇ ਵੀਰ ਉਪਰਾਲਾ ਕਰ ਰਹੇ ਆ ਕਿ ਇੰਨਾ ਕ ਇਹ ਦੀਵਾ ਜਗਦਾ ਰਵੇ, ਇਸ ਸਰਿਆਲੀ 'ਚ ਵੀ ਇਹ ਦੀਵਾ ਜਗਦਾ ਰਵੇ। ਭਾਵੇਂ ਕਈ ਵਾਰ ਬਹੁਤ ਗੱਲਾਂ ਔਖੀਆਂ ਹੋ ਜਾਂਦੀਆਂ ਨੇ, ਪਰ ਖਿਮਾ ਕਰਿਓ, ਸਰਹਾਲੀ ਦੇ ਅੰਦਰ ਇਹ ਦੀਵਾ ਜਗਦਾ ਰਹਿਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਗੁਰੂ ਅਰਜਨ ਸਾਹਿਬ ਜੀ ਦੇ ਇਤਿਹਾਸ ਦਾ ਹਿੱਸਾ ਆ। ਇਹ ਗੁਰੂ ਅਰਜਨ ਸਾਹਿਬ ਜੀ ਦੇ ਇਤਿਹਾਸ ਦਾ ਹਿੱਸਾ ਆ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਦੋਂ ਛਿੜੇਗਾ, ਇਤਿਹਾਸ ਦੀਆਂ ਜਦੋਂ ਤਹਿਆਂ ਫਰੋਲੀਆਂ ਜਾਣਗੀਆਂ, ਉਹਨਾਂ ਤਹਿਆਂ ਨੂੰ ਫਰੋਲਦਿਆਂ ਹੋਇਆਂ ਉਹਦੇ ਚੋਂ ਇੱਕ ਤਹਿ ਦੇ ਵਿੱਚੋਂ ਸਰਹਾਲੀ ਦਾ ਜ਼ਿਕਰ ਵੀ ਨਿਕਲੇਗਾ। ਔਰ ਜੇ ਕੋਈ ਉਹ ਤਹਿਆਂ ਫਰੋਲਣ ਵਾਲਾ, ਧਿਆਨ ਨਾਲ ਸੁਣਿਓ ਜੀ, ਜੇ ਕੋਈ ਉਹ ਤਹਿਆਂ ਫਰੋਲਣ ਵਾਲਾ, ਇਤਿਹਾਸ ਦੇ ਪੰਨਿਆਂ ਨੂੰ ਫਰੋਲਣ ਵਾਲਾ ਦੁਨੀਆ ਦੇ ਕਿਸੇ ਵੀ ਕੋਨੇ ਚੋਂ ਜਿਹੜਾ ਇਤਿਹਾਸ ਦੇ ਇਹਨਾਂ ਸੁਨਹਿਰੀ ਪੰਨਿਆਂ ਨੂੰ ਪੜ੍ਹ ਰਿਹਾ, ਫਰੋਲ ਰਿਹਾ, ਲੱਭ ਰਿਹਾ, ਨਾਵਾਂ ਥਾਵਾਂ ਵੱਲ ਨੂੰ ਧਿਆਨ ਦੇ ਰਿਹਾ ਵੀ ਮਹਾਰਾਜ ਕਿੱਥੇ ਕਿੱਥੇ ਵਿਚਰੇ, ਕਿਹੜੇ ਕਿਹੜੇ ਪਿੰਡ ਕਦੋਂ ਕਦੋਂ ਗਏ, ਉੱਥੇ ਕੀ ਕੀ ਹੋਇਆ। ਔਰ ਜੇ ਕੋਈ ਇਦਾਂ ਲੱਭਦਾ ਢੂੰਡਦਾ ਸਰਹਾਲੀ ਨਗਰ ਦਾ ਇਤਿਹਾਸ ਪੜ੍ਹ ਕੇ ਤੇ ਇਸ ਗੱਲ ਵੱਲ ਧਿਆਨ ਦੇਵੇ ਕਿ ਸਰਹਾਲੀ 'ਚ ਜਿਹੜੀ ਜੋਤ ਗੁਰੂ ਅਰਜਨ ਨੇ ਜਗਾਈ, ਜੋ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਹਿ ਕੇ ਸਰਹਾਲੀ ਦੇ ਅੰਦਰ ਉਪਦੇਸ਼ ਦਿੱਤਾ ਸੀ, ਸਰਹਾਲੀ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜੇ ਅੰਮ੍ਰਿਤ ਦੇ ਛੱਟੇ ਮਾਰੇ ਸੀ, ਉੱਥੇ ਕੋਈ ਅੱਜ ਵੀ ਹਰਿਆ ਭਰਿਆ ਹੈ? ਅੱਜ ਵੀ ਕੋਈ ਬੁੱਲਾ ਰੁਮਕਦਾ ਹੈ ਉੱਥੇ? ਯਾਦ ਹੈ ਅੱਜ ਵੀ ਸਰਹਾਲੀ ਦੇ ਲੋਕਾਂ ਨੂੰ ਕਿ ਗੁਰੂ ਅਰਜਨ ਸਾਹਿਬ ਕਿਸੇ ਟਾਈਮ ਤੇ ਕੀ ਜਗ੍ਹਾ ਨਾ ਜੀ, ਚਬੱਚਾ ਸਾਹਿਬ ਵਾਲੀ, ਭਾਵੇਂ ਅੱਜ ਸਰਹਾਲੀ ਲੰਬਾ ਚੌੜਾ ਫੈਲਾਅ ਹੋ ਗਿਆ, ਪਰ ਉਹ ਕਦੀ ਸਮਾਂ ਹੋਏਗਾ ਜਦੋਂ ਸਰਹਾਲੀ ਦੇ ਬਾਰ-ਬਾਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਇੱਥੇ ਬੈਠੇ ਹੋਣਗੇ। ਕੈਸਾ ਮਾਹੌਲ ਹੋਏਗਾ, ਕਿੱਦਾਂ ਦਾ ਵਾਤਾਵਰਨ ਹੋਏਗਾ, ਕਿੱਦਾਂ ਦੇ ਉਹ ਜੁਰਤ ਵਾਲੇ ਲੋਕ ਹੋਣਗੇ ਜਿਹੜੇ ਉਸ ਵੇਲੇ ਵੀ ਭਾਵੇਂ ਕਈ ਥਾਵਾਂ ਤੇ ਫਸੇ ਹੋਏ ਸੀ, ਪਰ ਸਾਰਾ ਕੁਝ ਛੱਡ ਛਡਾ ਕੇ ਕਿੰਨੇ ਜਿਗਰੇ ਨਾਲ ਗੁਰੂ ਅਰਜਨ ਸਾਹਿਬ ਦੇ ਸਾਹਮਣੇ ਜਾ ਕੇ ਬਹਿ ਗਏ ਹੋਣਗੇ। ਬੈਠੇ ਹੋਣਗੇ ਕਿ ਨਹੀਂ ਬੈਠੇ ਹੋਣਗੇ? ਕਿਉਂ ਸਾਧ ਸੰਗਤ ਜੀ, ਬੈਠੇ ਹੋਣਗੇ ਕਿ ਨਹੀਂ ਬੈਠੇ ਹੋਣਗੇ? ਤੇ ਫਿਰ ਅੱਜ ਵੀ ਤੇ ਬੈਠੇ ਚਾਹੀਦੇ ਆ ਨਾ, ਅੱਜ ਵੀ ਉਹੀ ਬਹਿਣ ਵਾਲੇ ਚਾਹੀਦੇ। ਅਸੀਂ ਉਹਨਾਂ ਦੇ ਹੀ ਵਾਰਿਸ ਆ, ਉਹਨਾਂ ਦੀਆਂ ਹੀ ਪੀੜ੍ਹੀਆਂ ਵਾ, ਉਹ ਸਾਡੇ ਹੀ ਬਜ਼ੁਰਗ ਸਨ ਜਿਹੜੇ ਹਿੰਮਤ ਕਰਕੇ ਗੁਰੂ ਅਰਜਨ ਸਾਹਿਬ ਦੇ ਸਾਹਮਣੇ ਸੱਚ ਸੁਣ ਲਈ ਜਾ ਬੈਠੇ ਸਨ। ਭੱਟ ਸਾਹਿਬਾਨ ਜੀ ਦਾ ਜਿਹੜਾ ਸਵਈਆ ਮੈਂ ਤੁਹਾਡੇ ਨਾਲ ਸਾਂਝਾ ਕੀਤਾ, ਭੱਟ ਮਥੁਰਾ ਜੀ ਦਾ ਸਵਈਆ ਹੈ। ਇਹ ਭੱਟ ਮਥੁਰਾ ਜੀ ਦਾ ਦੂਜਾ ਸਵਈਆ ਹੈ। ਇਹਦੇ ਪਹਿਲਾ ਸਵਈਆ ਜਿਹੜਾ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਇਹ ਸ਼ਾਇਦ ਤੁਸੀਂ ਕੱਲ ਦੇ ਦੀਵਾਨ 'ਚ ਸੁਣਿਆ ਹੋਵੇਗਾ। ਅੱਜ ਦਾ ਜਿਹੜਾ ਸਵਈਆ ਮੈਂ ਤੁਹਾਡੇ ਨਾਲ ਪੜ੍ਹਿਆ, ਇਹ ਭੱਟ ਮਥੁਰਾ ਜੀ ਦਾ ਦੂਜਾ ਸਵਈਆ ਹੈ। ਬੀਬੀਓ ਭੈਣੋ, ਕਿਹੜੇ ਭੱਟ ਸਾਹਿਬ ਦਾ ਸਵਈਆ? ਮੈਂ ਇਕੱਲੇ ਨਹੀਂ ਕਥਾ ਕਰਨੀ, ਤੁਹਾਨੂੰ ਨਾਲ ਬੋਲਣਾ ਪੈਣਾ। ਮੈਂ ਪਹਿਲਾਂ ਸ਼ੁਰੂ 'ਚ ਹੀ ਇਹ ਕਿਹਾ ਸੀਗਾ ਵੀ ਅਸੀਂ ਖਾ ਪੀ ਕੇ ਐਵੇਂ ਫੋਕੇ ਜਕਾਰੇ ਜਕੂਰੇ ਲਾ ਕੇ ਉੱਡ ਜਾਂਦੇ ਆ, ਤੁਰ ਜਾਂਦੇ ਘਰਾਂ ਨੂੰ। ਨਹੀਂ,
याद रखना पैना। आप बोलांगे तो नाल याद हो जाना। कितना औखा काम है, एक ना ही याद करना है ना। मैं बहुते पेपर नहीं लेंदा, बहुते सवाल नहीं पूछदा, सौखियां गल्लां। किहड़े भट्ट साहब दा सवैया सी जी? न्याणे बोले ने, बीबियां फिर नहीं बोलियां। क्यों वीरो? भट्ट मथुरा जी दा। भट्ट भिखा जी दे बेटे है। भट्ट भिखा जी दे बेटे आ। भट्ट भिखा जी दे 3 बेटे और तिन्हां दे सवैये गुरु ग्रंथ साहब च। भट्ट मथुरा जी, भट्ट कीरत जी ते भट्ट जालप जी। फिर बोला जी एक बारी। भट्ट भिखा जी दे 3 सपुत्र, भट्ट मथुरा जी, बोलो, भट्ट कीरत जी ते भट्ट जालप जी। और एक गल होर तुहाडी जानकारी च वाधा करदा, तुसी याद रखियो। भट्ट मथुरा जी और भट्ट कीरत जी दोनों ही भट्ट साहिबान। गुरु हरगोबिंद साहब सच्चे पातशाह 6वें सतगुरु जी दे धर्म युद्ध विच हिस्सा लैंदियां महाराज सच्चे पातशाह जी दीयां सेवावां विच हाਜ਼ਰ हुंदियां दोनों ही भट्ट साहिबान जंगां दे दौरान शहीद होए। भट्ट मथुरा जी ते भट्ट कीरत जी दोनों भट्ट साहिबान गुरु हरगोबिंद साहब जी दे वेले होईयां जंगां दे समय शहीद होए। उन्हां चों भट्ट मथुरा जी दा एक सवैया मैं तुहाडे नाल साझा कीता। आओ जिन्ने माई भाई बैठे हो, आपां अगली विचार नाल जुड़न तो पहला एक बारी सारे रल मिल के गुरु दरबार की मर्यादा नूं निभाइए और गुरु दरबार की मर्यादा नूं निभाउंदियां होइयां प्यार सहित फतेह प्रवान करो। वाहिगुरू जी का खालसा, वाहिगुरू जी की फतेह। जदों थक गए जां तुहानूं लग्गिया कि बस कर जाना चाहिए, मैनूं दस दिओ। ठीक है जी। आपां कोई किसी दा लिखिया जां किसी दे इदां मजबूरी च इदां नहीं, आपां जिन्ना चिर आपां आराम नाल प्यार नाल बैठ सकते हैं उन्नी देर तक आपां बैठांगे। धन गुरु अर्जन साहब सच्चे पातशाह जी का प्रकाश 1563 ਨੂੰ ਹੋਇਆ। 1563 ਨੂੰ ਹੋਇਆ। ਅੱਜ 2022 है। 1563 ਦੇ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਮਾਤਾ ਭਾਨੀ ਜੀ और पिता गुरु रामदास सच्चे पातशाह चौथे सतगुरु जी के घर किथे होया जी? गोविंदवाल साहब अपने नानके घर। गुरु अर्जन साहब जी दे इत्थे नानके है। नानके घर विच गोविंदवाल साहब विच बीबी भानी जी और गुरु रामदास सच्चे पातशाह जी के घर गुरु अर्जन साहब जी का प्रकाश होया। गुरु साहब जी के दो बड़े भाई होर भी है। एक बड़े भाई बाबा प्रिथी चंद जी और उदों छोटे बाबा महादेव जी। तीजे नंबर पे गुरु अर्जन साहब सच्चे पातशाह। गुरु अर्जन साहब सच्चे पातशाह जी की जीवन घाड़त, क्योंकि आप सारी इस गल नाल पूरी तरह सहमत होकर चल रहे हैं कि गुरु अर्जन साहब जी का जो शहीदी दिहाड़ा मनाउण लई तुसीं इह उपराला कर रहे हो। गुरु अर्जन साहब सच्चे पातशाह जी शहादत का जाम पीता और किन्नी मुश्किल किन्नी औखी वो घड़ी सी जदों महाराज सच्चे पातशाह देग विच बैठे, तती तवी ते बैठे, जदों सतगुरु सच्चे पातशाह जी नूं देग चों उबालिया, जदों उन्हां दे सीस ते गर्म रेत पाया। आपां इह सारा कुछ जाण रहे हैं।
पर जदों भट्ट मथुरा जी ने गल की है ना, तो भट्ट मथुरा जी ने गुरु अर्जन साहब सच्चे पातशाह जी की घड़ी हुई घाड़त वाल ध्यान दवाया कि गुरु अर्जन साहब सच्चे पातशाह जी असलीयत विच केड़ियां केड़ियां रहमतां दे मालिक बने। गुरु अर्जन साहब सच्चे पातशाह जी नूं गुरु घर विचों मिलिया की है। गुरु अर्जन साहब सच्चे पातशाह जी ने गुरु रामदास सच्चे पातशाह जी कोलों, नाना गुरु गुरु अमरदास जी कोलों जो कुछ मिलिया विरासत विच उहनूं किदां धारण कीता होया है। इस सवैये दे पहले बोल जिहड़े आरंभ च है, पता की कहंदे आ? सतरूप, सतनाम, सत संतोख धरियो और दा अर्थ है हिरदा। गुरु अर्जन साहब सच्चे पातशाह जी ने सत रूप, सदा थिर रहन वाले अकाल पुरख दा रूप, सदा थिर रहन वाला नाम, अकाल पुरख दा नाम, सदा सच्चा नाम, संतोख सच किथे धारण कीता है? हिरदे च धारण कीता। धरियो और हिरदे विच धारण कीता है। आद पुरख जी ने प्रतख लिखियो अक्षर मस्तक धुर, धुर दा अखर अकाल पुरख दी सिफत सलाह दा अखर गुरु अर्जन साहब जी दे मस्तक विच लिखिया गया। किन्ने लिखिया? आद पुरख ने, अकाल पुरख ने। धुर दी अकाल पुरख दी सिफत सलाह दा, बड़ी सिफत सलाह दा अखर गुरु अर्जन साहब दे मस्तक विच लिखिया गया, टिकाया गया। और इस विचार नूं इत्थे लियाउंदे अखीर ते कहंदे है, हे मथुरा, गुरु अर्जन साहब सच्चे पातशाह नूं सदा याद कर। हे मथुरा, गुरु अर्जन साहब सच्चे पातशाह जी दी इस सोहनी सूरत नूं, गुरु अर्जन साहब सच्चे पातशाह जी दी सोहनी शख्सियत नूं की कर, चित ला के सदा सन्मुख रह। क्यों? क्योंकि कलयुग जहाज अर्जुन गुरु, इस कलयुग दे अंदर, इस काल कलेश दे इस विकारां दे युग दे अंदर गुरु अर्जन जहाज है। गुरु अर्जन जहाज। कौन कह रहा है? भट्ट मथुरा। ते भट्ट मथुरा एवें तां नहीं जी कह रहा, भट्ट मथुरा एवें नहीं कह रहा। भट्ट मथुरा सामने दर्शन कर रहा गुरु अर्जन साहब दे। भट्ट मथुरा गुरु अर्जन साहब सच्चे पातशाह जी दे नाल विचर रहा है। भट्ट मथुरा गुरु अर्जन साहब जी वालों कीते जा रहे कामां नूं वेख रहा है। भट्ट मथुरा गुरु साहब जी जो नगर नगर, पिंड पिंड, शहर शहर, दूर दराडे तक जाके जो अमर दे छटे मार रहे ने, भट्ट मथुरा वो सारी जानकारी नूं चंगी तरह समझ रहा है। भट्ट मथुरा बहुत नेड़ियों गुरु अर्जन साहब नूं वेख रहा है। साध संगत जी जरा ध्यान दो। एक बन्ने भट्ट मथुरा गुरु अर्जन साहब जी की संगत विच रह के गुरु अर्जन साहब जी के दर्शन करदियां, उन्हां दे उपदेश नूं सुणदियां शब्द कहंदा कि कलयुग जहाज अर्जुन गुरु। ते आज जे असीं वेखना होवे ते गुरु अर्जन साहब जी की गुरता गद्दी ते कौन है जी? गुरु ग्रंथ साहब।
एक बने भट्ट मथुरा उस वेले गुरु अर्जन साहब नूं सामने वेंदा है, एक बने अज असीं हां जो गुरु ग्रंथ साहब सच्चे पातशाह जी की बाणी दे दर्शन करते हैं। भट्ट मथुरा दर्शन करता है ते कहंदा है कलयुग जहाज अर्जुन गुरु, गुरु अर्जन जहाज ने ते असी साडी सोच साडी दृष्टि किन्नियां सदियां बाद भी अज असी देखो किन्ना पिछे खड़ गए। अज गुरु सानू जहाज नजर नहीं आ रहा, अज सतगुरु सच्चा पातशाह सानू इदां नजर नहीं आउंदा कि गुरु नाल जुड़ांगे, गुरु कोल बैठांगे ते तर जावांगे, डुबांगे नहीं। जहाज का की काम है जी? जहाज का काम यही है ना, डूंगे पानियां नूं चीरदा होया ਉਹ ਮੰਜ਼ਲ ਵੱਲ ਅੱਗੇ ਵੱਧਦਾ, ਕਿੰਨੀਆਂ ਸਵਾਰੀਆਂ ਕਿੰਨਾ ਭਾਰ ਲੈ ਕੇ ਤੁਰਦਾ, ਰਾਹ ਨਹੀਂ ਭਟਕਦਾ, ਔਖੀਆਂ ਘਾਟੀਆਂ ਨੂੰ ਚੀਰਦਾ ਹੋਇਆ ਅੱਗੇ ਵੱਧਦਾ, ਸਵਾਰੀਆਂ ਨੂੰ ਥੱਕਣ ਨਹੀਂ ਦਿੰਦਾ, ਸਵਾਰੀਆਂ ਨੂੰ ਅੱਕਣ ਨਹੀਂ ਦਿੰਦਾ, सवारियां दे किसी किस्म का कोई बोझ कोई दबाव जहाज विच बैठण वालियां ते नहीं रहिंदा। जहाज विच बैठण वाले इस भरोसे ते बैठदे ने आपां जहाज विच बह गए, जहाज ने हुण पार ला देना। एक बेनती होर करदा, हो सकता है पानी विच चलण वाले, समुंदर विच चलण वाले उस जहाज नूं किसी टाइम किसी थां ते कोई खतरा हो जाए, पर जदों असीं गुरु जहाज नाल सांझ बनाउने आ इत्थे कोई भी खतरा नहीं, इत्थे कोई खतरा नहीं। कलयुग जहाज अर्जुन गुरु सगल श्रेष्ठ लग बितरो। हे सारी सृष्टि दे लोगो, इस जहाज नाल लग के तुसी तर जाओ, तरो भाई तरो, तरना सीख लो। एक होर बेनती करदा, तरन वास्ते पहला सानू तरन तो पहला ये समझ होनी चाहिए है कि असी डुब भी सकते हैं, डुब भी रहे हैं, कोई खतरा है। जे सानू ये ही नहीं पता लग रहा कि असी डुब रहे हैं, असी गर्क रहे हैं, सानू किसी सहारे की लोड़ है, सानू गोते आ रहे ने, असी मर रहे हैं, साडा साह घुटिया जा रहा है, जे सानू इन्नी गल की समझ ही नहीं लग रही तो फिर सानू इस गल की भी समझ नहीं लगेगी कि सानू कोई जहाज चाहिए, सानू कोई आसरा चाहिए, सानू कोई इदां दी ब्योतबंदी करनी चाहिए है कि असीं डुबिए ना, असीं मरीए ना। जिहड़े बंदे नूं पहला ठीक सी आप ही लाता ने भाई, जिहड़े बंदे नूं इस गल दी समझ लग गई मैनू कोई खतरा है, मैं डुब रहा, मैं मर रहा, मेरा साह रुक रहा है, जिन्हों ये गल समझ लगेगी वो दूजा उपराला करेगा कि मेरा साह ना रुके, मैं मर ना जावां, मैं डुब ना जावां, मैं बचा लई कुछ करा, कोई आसरा लभूगा। जिहड़े बंदे नूं ये पता ही नहीं लग रहा कि मैं मर भी रहा कि नहीं, मेरा साह रुक भी रहा कि नहीं, वो किसी उपराले वाल भी नहीं जाएगा। मैं ही बेनती कर लगा कि जरा नजर मार के देखो, अज इस समाज विच रहिंदियां ये जिंदगी जिउंदियां कदी सानू महसूस होया कि असीं डुब रहे हैं? कित्थे डुब रहे हैं? असीं डुब भी रहे हैं।
कि सानू ये खांदियां पींदियां घरां च रहिंदियां जिम्मेवारियां निभाउंदियां तुरदियां फिरदियां हसदियां खेडदियां सौंदियां जागदियां कदी महसूस होया कि सानू गोते आ रहे? नहीं महसूस होया। ਉਹਦਾ ਕਾਰਨ ਇੱਕ ਹੈ, ਅਸੀਂ ਤੁਰਦੇ ਫਿਰਦੇ ਖਾਂਦੇ ਪੀਂਦੇ ਜਾਗਦੇ ਹੱਸਦੇ ਖੇਡਦੇ ਅਸੀਂ ਅਸਲ 'ਚ ਜਾਗਦੇ ਨਹੀਂ, ਅਸੀਂ ਸੁੱਤੇ ਹੀ ਹੋਏ ਹਾਂ। ਔਰ ਜੇ ਗੁਰੂ ਸਾਹਿਬ ਜੀ ਦੀ ਵਿਚਾਰ ਵਾਲੇ ਪਾਸੇ ਧਿਆਨ ਦੇਈਏ ਤੇ ਮਹਾਰਾਜ ਕਹਿੰਦੇ ਸੁੱਤੇ ਨਹੀਂ ਹੋਏ, ਮਰੇ ਹੀ ਹੋਏ ਆ। ਤਾਈਓ ਮਰੇ ਨੂੰ ਕੀ ਪਤਾ ਲੱਗਦਾ ਕੀ ਹੋ ਰਿਹਾ? ਮਰੇ ਨੂੰ ਨਹੀਂ ਕੁਝ ਵੀ ਪਤਾ ਲੱਗ ਰਿਹਾ ਕਿ ਪਾਣੀ 'ਚ ਡੁੱਬ ਰਿਹਾ, ਤਰ ਰਿਹਾ, ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਮਰੇ ਨੂੰ ਨਹੀਂ ਸਮਝ ਲੱਗਦੀ। ਮਰੇ ਨੂੰ ਨਹੀਂ ਸਮਝ ਲੱਗਦਾ। ਔਰ ਜਦੋਂ ਸਤਿਗੁਰੂ ਨਾਲ ਬੈਠਦੇ ਆ ਤੇ ਫਿਰ ਸਾਨੂੰ ਸਮਝ ਲੱਗਦੀ ਆ ਵੀ ਵਾਕਿਆ ਹੀ ਅਸੀਂ ਜਿਹੜੀ ਜ਼ਿੰਦਗੀ ਜੀ ਰਹੇ ਆ ਇਹ ਜ਼ਿੰਦਗੀ ਬੜੇ ਖਤਰਿਆਂ ਦੇ ਵਿੱਚ ਹੈ। ਅਸੀਂ ਤਾਂ ਪੈਰ ਪੈਰ ਤੇ ਡੁੱਬ ਰਹੇ ਆ, ਪੈਰ ਪੈਰ ਤੇ। मैं एक उदाहरण दवां जी, जदों असी कोई लालच धारण करते हैं, मैं लालच नूं होर सौखिया कर दिंदा। जदों साडा धी पुत्त पढ़ गया, मेहनत नाल पढ़ाया मां बाप ने, जदों वो जवान हो गया, ਅਸੀਂ ਉਹਦੇ ਤੇ ਖੂਨ ਪਸੀਨੇ ਦੀ ਕਮਾਈ ਆਪਣੀ ਖਰਚੀ, ਉਹ ਸਫਲ ਹੋ ਗਿਆ ਪੜਨ ਵਿੱਚ, ਪਾਸ ਹੋ ਗਿਆ, ਜਵਾਨ ਹੋ ਗਿਆ। ਜਦੋਂ ਉਸ ਸਫਲ ਪੜ੍ਹੇ ਲਿਖੇ ਨੌਜਵਾਨ ਧੀ ਪੁੱਤਰ ਦੇ ਵਿਆਹ ਦਾ ਵੇਲਾ ਆਇਆ ਤੇ ਜੋ ਰਿਸ਼ਤੇ ਨੂੰ ਪ੍ਰਵਾਨ ਕਰਦਿਆਂ ਨਾਲ ਨਾਲ दाज दहेज वाला मसला छेड़िया गया कि वो लालच में आ रहे गोते नहीं। असी उस चीज नूं हक समझ रहे हैं, असी उस चीज नूं तरक्की समझ रहे हैं। पर जो गुरु नाल बहने ते सतगुरु सच्चे पातशाह कहते नहीं, ये तरक्की नहीं, ये तरक्की नहीं, ਇਹ ਕੋਈ ਭਲੇ ਦੀ ਗੱਲ ਨਹੀਂ। ਇਹ ਤੂੰ ਮੌਤ ਸਹੇੜ ਲਈ, ਮੌਤ, ਤੂੰ ਮੌਤ ਦੇ ਰਾਹ ਪੈ ਗਿਆ ਭਲਿਆ। ਆ ਜਿਹੜਾ ਦਾਜ ਦਹੇਜ ਵਾਲਾ ਲਾਲਚ ਵਾਲਾ ਮਸਲਾ ਮੂੰਹ ਟੱਡ ਕੇ ਵੀ ਆ ਹੋਏਗਾ ਤੇ ਇੰਨਾ ਇਹ ਰਿਸ਼ਤਾ ਪ੍ਰਵਾਨ ਚੜ੍ਹਨਾ, ਨਹੀਂ ਤੇ ਤੁਸੀਂ ਆਪਣੇ ਘਰ ਤੇ ਅਸੀਂ ਆਪਣੇ ਘਰ। ਕਿਉਂ ਜੀ, ਬਰੰਗ ਬਰਾਤਾਂ ਮੁੜਦੀਆਂ ਕਿ ਨਹੀਂ? ਬਰਾਤ ਦੀ ਸੇਵਾ ਹੋਣ ਦੀ ਥਾਂ ਤੇ ਸਿੱਧੀ ਥਾਣੇ ਪਹੁੰਚਾ ਦਿੱਤੀ ਜਾਏ, ਕੀ ਆਖੋਗੇ ਇਹਨੂੰ? ਆਏ ਗੋਤੇ ਕਿ ਨਹੀਂ ਆਏ? ਧੰਨ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਭੈਣਾਂ ਬੜੇ ਪਿਆਰ ਨਾਲ ਸੁਖਮਨੀ ਸਾਹਿਬ ਪੜ੍ਹਦੀਆਂ ਨੇ, ਔਰ ਸੁਖਮਨੀ ਸਾਹਿਬ ਦਾ ਪਾਠ ਕਰਦਿਆਂ ਤੁਹਾਨੂੰ ਇਹ ਬੋਲ ਮੈਨੂੰ ਲੱਗਦਾ ਕਿ ਯਾਦ ਹੋਣਗੇ। ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਆਖਦੇ ਨੇ, ਗੁਰ ਕੀ ਮਤ ਤੂੰ ਲੈ ਆਣੇ। ਧਿਆਨ ਦਿਓ ਇਸ ਵੱਲ। गुर की मत, भैणों बोलो, गुर की मत तू ले आने। आने का मतलब है न्याणे, बेसमझ। गुरु दी मत लै, गुर की मत तू ले आने। अगली तो भगत बिना बहुत डूबे। जे ठहरा ना पढ़ोगे तो सिरे लग जानी गल, अपने आप ही अर्थ समझ आ जाएंगे। भगत बिना बहुत डूबे, किन्ने डुब गए? बहुत डूबे, बहुते डुब गए। भगत बिना बहुत डूबे सियाणे, जेड़े सियाणे सी ना, सियाणे जेड़े सियाणे मानते सी कि असीं सियाणे सानू सब कुछ पता आ। भगती तो बिना, गुरु की मत तो बिना बहुते डुब गए, बहुते डुब गए। पर अगले तो घरों कभी बाहर निकले ही नहीं। किथे डुब गए? समुद्र ते गए ही नहीं, वो नहर ते गए ही नहीं, छप्पड़ ते गए ही नहीं, किथे डुब गए?
किथे डुब गए? रड़े थाई मंजियां ते बैठे ही डुब गए, गद्दियां ते बैठे ही डुब गए, गनमैन खलोतियां वड्डियां कुर्सियां ते डुब गए, डुब गए, लालच विच डुब गए, क्रोध विच डुब गए, काम विच डुब गए, हंकार विच डुब गए, तृष्णा विच डुब गए। और सतगुरु कहते ने जे एहो जी मौत जेड़ी तुहानू किसे भी पैर किसे भी थां ते किसे भी वेले घेर सकदी आ, जे बचना चाहुंदे हो ना तो गुरु प्यारिओ गुरु दी मत लो। कह कौन रहा है? गुरु अर्जन साहब। गुर की मत तू ले याने भगत बिना बहु डूबे सियाणे। भगती तो बिना बड़े सियाणे डुब गए, तू ना डुब जाई, बच के चल, संभल के चल, गुरु दे नाल लग के इस जिंदगी नू समझण दा यतन कर। गुरु अर्जन साहब सच्चे पातशाह जी ने दूर दुराडे तक जा जाके ये पावन बाणी का सुनेहा वंडिया पहुंचाया। महाराज ने दूर दुराडे तक बह बह के चर्चावां कीतियां, बहुत सारे सवाल जवाब लोगों नाल बह के कीते, धर्मी लोगों दे नाल बह बह के गल्लां बातां महाराज सच्चे पातशाह ने सामने बह के बिठा के सामने महाराज ने बड़ियां डूंघियां गल्लां कीतियां। और तुसी अंदाजा लाओ किन्ना चंगा सी वो समा, किदां दे सी वो हालात जदों गुरु अर्जन साहब पिंडां विच विचरना शुरू कीते तां बड़े बड़े थंम जिहड़े आ ओह हिले, बड़े बड़े थंम हिले। और मैं भी बेनती करता कि उन्हां दे हिलण दा कारण भी ये सी कि उन्हां दे अंदर कोई ना कोई कणी किते ना किते काम करदी सी, तां ही हिले ना। कुछ थोड़ा बहुता सोचते सी, थोड़ा बहुता माड़ा मोटा यागते सी, तां ही वो गुरु अर्जन साहब जी दियां विचारां नूं सुन के हिल तुरे। और जदों तुसीं इतिहास पढ़ोगे धन गुरु अर्जन साहब जी का झबाल पिंड का रहन वाला, झबाल पिंड का रहन वाला, इलाके का चौधरी, ना आ भाई लंगा। और पूरे इलाके का जिन्ना उहदा इलाका अपना सीगा, जिहदा वो चौधरी सी, कई पिंडां दा वो चौधरी सी। और भाई लंगा उस वेले सखी सरवरियां दा पुजारी सी, हैड सी उन्हां दा, मेन जथेदार सी उन्हां दा। सखी सरवरिये कौन हुंदे आ? जिहड़े कबर की पूजा करते सी। और भाई लंगा गुरु अर्जन साहब सच्चे पातशाह जी के चरणों ते आ चुकिया, मथा टेकिया। और एक और बेनती करता, भाई लंगा झबाल दा रहन वाला सी, ते मैं गल कर रहा सखी सरवरियां दा वो हैड सी, अपने इलाके का वो चौधरी सी। ते इस अपने इलाके दे अंदर सखी सरवरियां दी सब तो वड्डी गद्दी जिहड़ी आ, थोड़ा मेधा कायम रखियो, वो शेख आ जिहड़ी शेख फतेह वाली है।
भाई लंगा होरी इस गद्दी दे पुजारी आ, इस गद्दी का प्रचार कर रहे हैं। और गुरु अर्जन साहब सच्चे पातशाह जी के प्रभाव के कारण भाई लंगा होरी अपने सब जिन्ने उन्हां दे मगर विश्वास वाले आ, जेड़े उन्हां नूं मनण वाले आ, जेड़े उन्हां दे हुक्म दे अनुसार तुरन वाले, वो सारे तो तुसीं अंदाजा लाओ जिधर चौधरी पलटिया होएगा उधर पिंडां दे पिंड गुरु अर्जन साहब की शरण च नहीं आए होणगे। नंबर 2 कि भाई लंगा दे गुरु अर्जन साहब की चरण शरण विच आउण नाल पिंडां दे पिंड पलट गए, पर की भाई लंगा दा जां गुरु अर्जन साहब दा इन्हां पिंडां च विरोध नहीं होया होएगा? विरोध भी होया। लोकां ने बड़ियां गल्लां कीतियां, कुछ डर दे कारण, कुछ सुनिया सुनाइया गल्लां दे कारण। मर जांगे पिंडां दे पिंड, ये बाबे ने नुकसान कर देना है, ये मझां दुध नहीं देणगियां, न्याणियां दा पता नहीं की हो जाएगा, छदाई हो जाएंगे, कंधां च वजांगे, साडे ते घरे कख नहीं रहना, सब पुठा हो जाएगा काम। बड़ा कुछ चलिया, तुसीं पढ़ के वेखो ध्यान नाल, बहुत कुछ चलिया। पर भाई लंगा इथों तक गुरु अर्जन साहब सच्चे पातशाह जी दी सिक्ख्यावां नूं इन्ना दृढ़ता दे नाल पक्का कर चुका सीगा, जो हुंदा हो जाए, जिवें होएगी चलांगे, गुरु अर्जन साहब दा पल्ला नहीं छड्डांगे। और तुसीं जिन्ने प्यार नाल बैठे हो, रोज सुणदे हो, ध्यान नाल सुणियो, ये भाई लंगा ओहो ही है, ये भाई लंगा ओहो ही है। जिस दिन गुरु हरगोबिंद साहब अमृतसर सूइए ने आण के खबर दी, महाराज अमृतसर ते चढ़ाई करके आ गई फौज, और ये सूचना पता कदों मिली? जिस दिन गुरु हरगोबिंद साहब की बेटी बीबी वीरू दा घरे विआह धरिया होया सी। घरे सब चहल पहल ते बरात के स्वागत लई तैयारियां हो रही, ते सूइया आके खबर दे रहा, महाराज फौजां चढ़ के आ रही। और गुरु हरगोबिंद साहब ने तुरंत मुखी सिखां दे नाल विचार करके एक पासे ये तैयारी तुरंत आरंभ दी कि इन्हां दा मुकाबला करने लई तैयारी करो। एक पासे जंग की तैयारी का ऐलान कर दिता, और दूजे पासे महाराज ने परिवार ते मुखी सिखां नूं इस पासे ध्यान दवाया कि कुछ बंदे जाओ जेड़े बरात नूं पहला राह विच जाके मिलो कि बरात अमृतसर ना आवे, क्योंकि अमृतसर तो लड़ाई का मैदान बन गया। बरात अमृतसर ना आवे, क्योंकि मुखी सिखां दे नाल जदों विचार होई ते भाई लंगा ने गल च पल्ला पा के आख्या सी, महाराज जे ये विपता इस वेले बाणी गई है ना, तां किरपा करो बीबी वीरो जी दे विआह दी सारी जिम्मेवारी मैं अपने झबाड़ नगर च अपने घर निभावांगा, ये सेवा मैनूं बख्श दिओ। एक मने जंग दा ऐलान, दूजे पासे बीबी वीरो दे विआह दा बरात दा मौके सिर ही सारा प्रबंध भाई लंगा ने अपने हाथ ले लिया। ये वो भाई लंगा है। इस तो भी अगली गल, इसे भाई लंगा दे परिवार विचों ही माई भागो है, इसे परिवार चों। और मैं बेनती कर रहा कि भाई लंगा ने सिੱਖੀ ਨੂੰ किद्दां समझिया होएगा, किन्ना क डूंगा समझिया होएगा, किन्ने क बीज गहरे बीजे होणगे, जिहड़ा पीढ़ी दर पीढ़ी माई भागो तक भी वो बीज उवें दा ही प्रफुल्लित है। अज भी तो गुरु हो गई है। मैं पहला भी शुरू च किया सी,
ਭੱਟ ਮਥੁਰਾ ਜੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਗਤ ਵਿੱਚ ਬੈਠਦੇ ਆ ਤੇ ਭੱਟ ਮਥੁਰਾ ਜੀ ਗੁਰੂ ਅਰਜਨ ਸਾਹਿਬ ਜੀ ਦੀ ਸੰਗਤ ਵਿੱਚ ਬੈਠਦੇ ਆ, ਕਹਿੰਦੇ ਆ ਕਲਯੁਗ ਜਹਾਜ਼ ਅਰਜੁਨ ਗੁਰੂ। ਤੇ ਉਸੇ ਗੁਰੂ ਦੀ ਸੰਗਤ ਵਿੱਚ ਅਸੀਂ ਬੈਠੇ ਆ ਤੇ ਸਾਡੀ ਦ੍ਰਿਸ਼ਟੀ ਕੀ ਕਹਿੰਦੀ ਹੈ, ਸਾਡੀ ਸੋਚ ਕੀ ਕਹਿੰਦੀ ਹੈ? कभी असी ध्यान मारिया ही। और मैं पहला भी बेनती कर चुका कि जहाज जदों सफर ते निकलता है ना, वो मुसाफिर नूं थकण नहीं देंदा, अकड़ नहीं देंदा, लगातार सफर करता है और बड़े सारे खतरियां चों बचा के मुसाफिर नूं अपनी मंजिल ते उतारदा है। यही काम है ना जी जहाज का। ਉਹਨੂੰ ਪਾਣੀ 'ਚ ਡੁੱਬਣ ਨਹੀਂ ਦਿੱਤਾ। ਪਾਣੀ ਦੇ ਵਿੱਚ ਕਿੰਨੇ ਖਤਰਨਾਕ ਜੀਵ ਜੰਤੂ ਸੀ, ਉਹਨਾਂ ਦੇ ਉਹਨੂੰ ਸ਼ਿਕਾਰ ਨਹੀਂ ਹੋਣ ਦਿੱਤਾ। ਬਾਅਦ 'ਚ ਬਚਾ ਕੇ ਉਹਨੂੰ ਮੰਜ਼ਿਲ ਤੇ ਉਤਾਰਤਾ। ਕੋਈ ਤੁਰਿਆ ਨਹੀਂ, ਕੋਈ ਉਹਨੂੰ ਭੁੱਖ ਤਰੇ ਜੋ ਸਾਰਾ ਉਹਦੀਆਂ ਲੋੜਾਂ ਪੂਰੀਆਂ ਕਰਕੇ ਉੱਥੋਂ ਤੱਕ ਲੈ ਗਿਆ। ਹੁਣ ਜਦੋਂ ਅਸੀਂ ਏਦਾਂ ਪੜ੍ਹਦੇ ਹਾਂ ਤੇ ਗੁਰੂ ਅਰਜਨ ਸਾਹਿਬ ਜਹਾਜ਼ ਹੈ ਤੇ ਅੱਜ ਉਸੇ ਹੀ ਗੱਦੀ ਤੇ ਗੁਰੂ ਗ੍ਰੰਥ ਸਾਹਿਬ ਜੀ ਬੈਠੇ ਆ। ਆਓ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛੀਏ, ਮਹਾਰਾਜ ਅਸੀਂ ਵੀ ਗੁਰੂ ਜਹਾਜ਼ ਦੀ ਸਵਾਰੀ ਕਰਨੀ ਚਾਹੁੰਦੇ ਆ। ਅਸੀਂ ਵੀ ਤਰਨਾ ਚਾਹੁੰਦੇ ਆ। ਸਾਨੂੰ ਜਾਗ ਆਈ, ਅਸੀਂ ਡੁੱਬਣਾ ਨਹੀਂ ਚਾਹੁੰਦੇ। ਅਸੀਂ ਗੋਤੇ ਖਾ ਖਾ ਕੇ ਐਵੇਂ ਸਿਸਕੀਆਂ ਲੈ ਲੈ ਕੇ ਅੱਡੀਆਂ ਰਗੜ ਰਗੜ ਮਰਦੇ ਰਹੀਏ। ਨਹੀਂ ਮਹਾਰਾਜ ਅਸੀਂ ਡੁੱਬਣਾ ਨਹੀਂ ਆ, ਅਸੀਂ ਡੁੱਬਣਾ ਨਹੀਂ। ਔਰ ਮੈਂ ਪਹਿਲਾਂ ਕਹਿ ਚੁੱਕਾ, ਤੁਹਾਡੇ ਨਾਲ ਸਾਂਝ ਪਾ ਚੁੱਕਾ, ਫਿਰ ਚੇਤੇ ਕਰਵਾ ਦਿੰਦਾ। ਡੁੱਬਣ ਦਾ ਮਤਲਬ ਕੱਲਾ ਛੱਪੜ 'ਚ, ਨਹਿਰ 'ਚ, ਸਮੁੰਦਰ 'ਚ ਹੀ ਨਹੀਂ ਡੁੱਬਣਾ ਹੁੰਦਾ। ਡੁੱਬਦੇ ਅਸੀਂ ਰੜੇ ਥਾਂ ਹੀ ਡੁੱਬਦੇ ਆ। ਕਾਮ ਵਿੱਚ ਡੁੱਬ ਗਏ, ਕ੍ਰੋਧ ਵਿੱਚ ਡੁੱਬ ਗਏ, ਹੰਕਾਰ 'ਚ ਡੁੱਬ ਗਏ, ਅਸੀਂ ਬੈਠੇ ਹੀ ਡੁੱਬਦੇ ਆ। ਕੰਮਕਾਰ ਕਰਦੇ ਆ, ਤੁਰਦੇ ਆ, ਫਿਰਦੇ ਹੀ ਡੁੱਬਦੇ ਆ। ਦੁਕਾਨ 'ਚ ਬੈਠਾ ਬੰਦਾ, ਸੌਦਾ ਪੱਤਾ ਵੇਚਣ ਵਾਲਾ, ਅੰਦਾਜ਼ਾ ਲਾਓ ਡੁੱਬ ਸਕਦਾ ਨਾ ਜੀ? ਡੁੱਬ ਸਕਦਾ। ਪ੍ਰਚਾਰਕ ਡੁੱਬ ਸਕਦਾ, ਕਥਾ ਕਰਨ ਵਾਲਾ ਡੁੱਬ ਸਕਦਾ ਨਾ? ਸਾਰੇ ਡੁੱਬ ਸਕਦੇ ਆ। ਮੈਂ ਬੇਨਤੀ ਕਰ ਲੱਗਾ, ਆਓ ਗੁਰੂ ਜਹਾਜ਼ ਦੇ ਨਾਲ ਸਾਂਝ ਬਣਾਉਣੀ ਆ। ਜੇ ਗੁਰੂ ਜਹਾਜ਼ ਦੇ ਰਾਹੀਂ ਅਸੀਂ ਇਸ ਜ਼ਿੰਦਗੀ ਨੂੰ ਸੁਰੱਖਿਅਤ ਕਰਨਾ ਹੈ ਤੇ ਆਪਣੀ ਮੰਜ਼ਿਲ ਵੱਲ ਵਧਣਾ ਹੈ। ਤੇ ਮਹਾਰਾਜ ਦੇ ਬੋਲ ਸੁਣਿਓ, ਸਤਿਗੁਰ ਬੋਹਿਥ ਹਰ ਨਾਮ ਹੈ, ਕਿਤ ਬਿਦ ਚੜਿਆ ਜਾਏ। ਪਹਿਲਾਂ ਮਹਾਰਾਜ ਨੇ ਸੋਝੀ ਦਿੱਤੀ, ਸਤਿਗੁਰੂ ਦਾ ਜਹਾਜ਼ ਨਾਮ ਦਾ ਜਹਾਜ਼ ਹੈ। ਬੋਹਿਥ ਦਾ ਅਰਥ ਹੈ ਜਹਾਜ਼। ਸਤਿਗੁਰ ਬੋਹਿਥ ਹਰ ਨਾਮ ਹੈ। ਤੇ ਨਾਲ ਸਵਾਲ ਕੀਤਾ ਦੀ ਲਾਈਨ 'ਚ, ਕਿਤ ਬਿਦ ਚੜਿਆ ਜਾਏ। ਕਿਹੜੇ ਤਰੀਕੇ ਨਾਲ ਇਸ ਜਹਾਜ਼ ਚੜਿਆ ਜਾਏ? ਨਾਮ ਦੇ ਜਹਾਜ਼ ਚੜੀਏ ਕਿਵੇਂ? ਕਿਵੇਂ ਚੜੀਏ ਜੀ? ਪੈਸੇ ਦੇ ਕੇ? ਥੱਕ ਗਏ ਹੋ? ਕਿਉਂ ਭੈਣੋ? ਅਜੇ ਮੇਰਾ ਖਿਆਲ ਲੰਗਰ 'ਚ ਟਾਈਮ ਲੱਗਣਾ ਆ ਤੇ ਆਪਾਂ ਉਹਨਾਂ 'ਚ ਜਾ ਕੇ ਕਿਤੇ ਵੀ ਨਹੀਂ ਸਕਦੇ। ਧਿਆਨ ਨੂੰ ਲੱਗਦਾ ਕਿਤੇ ਹੋਰ ਗਿਆ ਹੋਇਆ। ਆਓ ਫੇਰ ਇੱਕ ਵਾਰ, ਸਤਿਗੁਰ ਬੋਹਿਥ ਹਰ ਨਾਮ ਹੈ, ਕਿਤ ਬਿਦ ਚੜਿਆ ਜਾਏ। ਕਿਵੇਂ ਚੜਿਆ ਜਾਏ? ਜਹਾਜ਼ 'ਚ ਕਿਵੇਂ ਸਵਾਰੀ ਕਰੀਏ? ਪੈਸੇ ਦੇ ਕੇ? ਕਿਸੇ ਚਤਰਾਈ ਚਲਾਕੀ ਨਾਲ ਚੜ ਜਾਈਏ? ਸਿਫਾਰਿਸ਼ ਨਾਲ ਚੜ ਜਾਈਏ? ਕਿਉਂਕਿ ਮੇਰੇ ਵਰਗਾ ਬੰਦਾ ਗਲ 'ਚ ਪੱਲਾ ਪਾ ਕੇ 100 ਰੁਪਇਆ ਹੱਥ 'ਚ ਤੁਸੀਂ ਦਿਓ, 500 ਦੇ ਦਿਓ, ਮੈਂ ਅਰਦਾਸ ਕਰਾਂ ਮਹਾਰਾਜ ਤੁਹਾਡੇ ਬਾਹਲੇ ਸੇਵਕ ਪੱਕੇ ਆਏ, ਫਿਰ ਤੇ ਚੜ ਹੀ ਸਕਦੇ ਹੋ ਤੁਸੀਂ ਮੇਰੀ ਸਿਫਾਰਿਸ਼ ਨਾਲ। ਚਲੋ ਮੇਰੀ ਗ੍ਰੰਥੀ ਦੀ ਛੱਡ ਦਿਓ, ਕਿਸੇ ਵੱਡੇ ਬਾਬਾ ਜੀ ਨੂੰ ਲਿਆ ਕੇ ਆਪਾਂ ਉਹਦੀ ਸਿਫਾਰਿਸ਼ ਕਰਵਾ ਲਈਏ, ਉਹਦੀ ਤੇ ਸੁਣੀ ਜਾਂਦੀ ਹੋਣੀ ਆ।
ਅਸੀਂ ਕਿਸੇ ਨੂੰ ਨਾ ਪੁੱਛੀਏ, ਨਾ ਮੈਨੂੰ ਪੁੱਛੋ ਨਾ ਕਿਸੇ ਹੋਰ ਨੂੰ ਪੁੱਛੋ, ਆਪਾਂ ਮਹਾਰਾਜ ਨੂੰ ਹੀ ਪੁੱਛਦੇ ਆ, ਮਹਾਰਾਜ ਕਿਤ ਬਿੰਦ ਚੜਿਆ ਜਾਏ। ਅਸੀਂ ਜਹਾਜ਼ ਵਿੱਚ ਚੜਨਾ ਚਾਹੁੰਦੇ ਆ, ਕਿਵੇਂ ਚੜੀਏ, ਕਿਹੜਾ ਤਰੀਕਾ ਹੈ? ਤੇ ਸਤਿਗੁਰੂ ਆਖਦੇ ਨੇ ਸਤਿਗੁਰ ਕੈ ਭਾਣੈ ਜੋ ਚੱਲੈ ਵਿੱਚ ਬੋਹਿਤ ਬੈਠਾ ਹੈ। ਸਤਿਗੁਰ ਕੈ ਭਾਣੈ ਜੋ ਚੱਲੈ, ਜੋ ਚੱਲੈ, ਜਿਹੜਾ ਚੱਲਦਾ ਹੈ ਸਤਿਗੁਰੂ ਦੇ ਭਾਣੇ 'ਚ, ਸਤਿਗੁਰੂ ਦੀ ਰਜ਼ਾ 'ਚ, ਵਿੱਚ ਬੋਹਿਤ ਬੈਠਾ ਆਏ, ਉਹ ਸਤਿਗੁਰੂ ਜਹਾਜ਼ ਵਿੱਚ ਸਵਾਰੀ ਕਰ ਲੈਂਦਾ। ਤੇ ਜਿਨ੍ਹਾਂ ਦੀ ਸਤਿਗੁਰੂ ਜਹਾਜ਼ ਵਿੱਚ ਸਵਾਰੀ ਹੋ ਗਈ, ਪੂਰੀ ਫੁੱਲ ਗਰੰਟੀ ਹੈ, ਕਦੀ ਡੁੱਬਣ ਨਹੀਂ ਦੇਗਾ, ਹੁਲਾਰਾ ਨਹੀਂ ਵੱਜਣ ਦੇਗਾ, ਕਦੀ ਸੰਸਾ ਮਨ 'ਚ ਆਉਣ ਨਹੀਂ ਦੇਗਾ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਵੱਲੋਂ ਪੂਰੀ ਫੁੱਲ ਗਰੰਟੀ ਹੈ, ਪੂਰੀ। ਔਰ ਜਦੋਂ ਅਸੀਂ ਪਾਵਨ ਬਾਣੀ ਨੂੰ ਪੜ੍ਹਦੇ ਆ ਨਾ, ਤਾਂ ਗੁਰੂ ਪਿਆਰਿਓ, ਜੋ ਬਿਲਕੁਲ ਸੱਚ ਔਰ ਹੋਇਆ ਵਰਤਿਆ, ਜਿਵੇਂ ਆਪਾਂ ਕਹੀਏ ਕਿ ਜੋ ਮੇਰੀ ਜ਼ਿੰਦਗੀ 'ਚ ਹੋਇਆ, ਮੈਂ ਤੁਹਾਨੂੰ ਉਹ ਸੱਚੋ ਸੱਚ ਦੱਸਦਾ, ਕਿਉਂਕਿ ਜੋ ਮੇਰੇ ਨਾਲ ਹੋਇਆ ਮੇਰੇ ਤੋਂ ਵੱਧ ਹੋਰ ਦੂਜਾ ਥੋੜਾ ਜਾਣਦਾ। ਜੋ ਤੁਹਾਡੇ ਨਾਲ ਹੋਇਆ, ਜੋ ਤੁਹਾਨੂੰ ਪਤਾ ਆ, ਜੋ ਤੁਹਾਡੀ ਸਮਝ ਵਿੱਚ ਆ, ਉਹਨੂੰ ਦੂਜਾ ਥੋੜੀ ਕੋਈ ਜਾਣਦਾ। ਕਿਉਂ ਜੀ? ਇਹ ਠੀਕ ਹੈ ਨਾ? ਮੰਨ ਲਓ ਕੋਈ ਖੁਸ਼ੀ ਹੈ, ਤੁਹਾਨੂੰ ਕੋਈ ਚੀਜ਼ ਲੱਭ ਗਈ, ਤੁਹਾਨੂੰ ਤੁਹਾਡੇ ਪੁੱਤਰ ਨਾਲ ਬੜੇ ਸਾਲਾਂ ਬਾਅਦ ਮਿਲਾਪ ਹੋਇਆ, ਕੁਛ ਵੀ ਤੁਹਾਨੂੰ ਇਦਾਂ ਦੀ ਪ੍ਰਾਪਤੀ ਹੋਈ, ਜਿਹੜੀ ਖੁਸ਼ੀ ਤੁਹਾਡੇ ਕੋਲ ਹੈ ਉਹ ਸਾਹਮਣੇ ਵਾਲਾ ਦੂਜਾ ਸਿਰਫ ਵੇਖ ਕੇ ਖੁਸ਼ ਤਾਂ ਹੋ ਸਕਦਾ, ਪਰ ਉਹ ਮਹਿਸੂਸ ਉਸ ਤਰੀਕੇ ਨਾਲ ਨਹੀਂ ਕਰ ਸਕਦਾ ਜਿੰਨੀ ਤੁਸੀਂ ਕਰ ਰਹੇ ਹੋ, ਕਿਉਂਕਿ ਤੁਹਾਨੂੰ ਉਹਦੀ ਜੜ ਦਾ ਪਤਾ ਆ, ਤੁਹਾਨੂੰ ਉਹਦੀ ਅਸਲੀਅਤ ਦਾ ਪਤਾ ਆ। ਆਪਾਂ ਭੱਟ ਸਾਹਿਬਾਨ ਦੇ ਸਵਈਏ ਪੜ ਰਹੇ ਹਾਂ, ਤੇ ਭੱਟ ਸਾਹਿਬਾਨ ਨੇ ਆਪਣੀ ਜ਼ਿੰਦਗੀ ਚੋਂ ਇੱਕ ਗਵਾਹੀ ਦਿੱਤੀ। ਭੱਟ ਮਥੁਰਾ ਜੀ ਇੱਕ ਗਵਾਹੀ ਦਿੱਤੀ। ਭੱਟ ਮਥੁਰਾ ਜੀ ਨੇ ਖੁਦ ਕਿਹਾ ਕਿ ਸਾਡੀ ਜ਼ਿੰਦਗੀ 'ਚ ਖੁਆਰੀ ਬੜੀ ਸੀ, ਖੁਆਰੀ, ਭਟਕਣਾ ਬੜੀ ਸੀ, ਹਰ ਵੇਲੇ ਪਛਤਾਵਾ ਹੀ ਪਛਤਾਵਾ ਸੀ, ਧੱਕੇ ਧੋੜੇ ਸੀ, ਰੋਣਾ ਸੀ, ਪਛਤਾਵਾ ਸੀ, ਜ਼ਿੰਦਗੀ ਬੜੀ ਡਾਵਾਡੋਲ ਸੀ, ਬੜੀ ਖਰਾਬ ਸੀ, ਬੁਰਾ ਹੀ ਹਾਲ ਸੀ। ਮੈਂ ਪਹਿਲਾਂ ਸਵਈਏ ਦੇ ਬੋਲ ਪੜਦਾ। ਭੱਟ ਮਥੁਰਾ ਜੀ ਕਹਿੰਦੇ, ਜਬ ਲੋ ਨਹੀਂ ਭਾਗ ਲਿਲਾਰ ਉਦੈ, ਤਬ ਲੋ ਭ੍ਰਮਤੇ ਫਿਰਤੇ ਬਹੁ ਧਾਇਓ। ਜਬ ਲੋ, ਜਦੋਂ ਤੱਕ, ਲਿਲਾਰ ਦਾ ਮਤਲਬ ਹੈ ਮੱਥਾ, ਆ ਸੋਚ, ਦਿਮਾਗ, ਜਿੰਨੀ ਦੇਰ ਤੱਕ ਗੁਰੂ ਘਰ ਨਾਲ ਜੁੜ ਕੇ ਸਤਿਗੁਰੂ ਦੇ ਉਪਦੇਸ਼ ਦੇ ਰਾਹੀਂ ਆ ਮੱਥੇ ਦੇ ਭਾਗ ਜਾਗੇ ਨਹੀਂ, ਮੇਰੀ ਸੋਚ ਨੇ ਇਸ ਪਾਸੇ ਨੂੰ ਕੰਮ ਕਰਨਾ ਸ਼ੁਰੂ ਨਹੀਂ ਕੀਤਾ, ਤਬ ਲੋ, ਉਦੋਂ ਤੱਕ ਭ੍ਰਮਤੇ ਫਿਰਤੇ ਬਹੁਤ ਆਇਓ, ਬੜੇ ਭੱਜੇ ਹੀ ਫਿਰਦੇ ਰਹੇ। ਧਾਇਓ ਦਾ ਮਤਲਬ ਹੁੰਦਾ ਭੱਜਣਾ, ਭ੍ਰਮਤੇ ਦਾ ਮਤਲਬ ਹੈ ਭਟਕਦੇ ਫਿਰਦੇ ਸਾਂ, ਭੱਜੇ ਫਿਰਦੇ ਸਾਂ ਤੇ ਭਟਕਦੇ ਫਿਰਦੇ ਸਾਂ। ਤੇ ਅਗਲੀ ਲਾਈਨ 'ਚ ਕਹਿੰਦੇ ਆ, ਕਲ ਘੋਰ ਸਮੁੰਦਰ ਮੈਂ ਬੂਡਤ ਥੇ, ਅਸੀਂ ਡੁੱਬ ਰਹੇ ਸਾਂ, ਘੋਰ ਡੂੰਘੇ ਸਮੁੰਦਰ ਵਿੱਚ ਡੁੱਬ ਰਹੇ ਸਾਂ, ਅਸੀਂ ਡੁੱਬ ਰਹੇ ਸਾਂ। ਔਰ ਇਹ ਵੀ ਪਤਾ ਕਿ ਅਸੀਂ ਡੁੱਬ ਰਹੇ ਸਾਂ, ਗੁਰੂ ਅਰਜਨ ਸਾਹਿਬ ਜੀ ਦੇ ਕੋਲ ਹੀ ਆ ਕੇ ਲੱਗਿਆ। ਪਹਿਲਾਂ ਤਾਂ ਡੁੱਬ ਹੀ ਰਹੇ ਸਾਂ। कल घोर समुंदर में बूढ़त थे, कबहू मिटै नहीं रे पछतायो। पछतावा तो कभी मिटिया ही नहीं सी, पछतावा तो हमेशा ही पल्ले पिया रहा, निराशता हमेशा पिछा छड्या ही नहीं। असीं तां डुबदे रहे, गोते खांदे रहे,
अगली लाइन च कहते ने तत् विचार यह मथुरा जग तारन को अवतार बनायो जप्यो जिन अर्जुन देव गुरु फिर संकट जोन गर्भ ना आए। मथुरा जिन्होंने गुरु अर्जन को जप लिया वो जमन मरण चो निकल गए, वो निकल गए। जेड़े गुरु अर्जन जी दे आखे लग गए वो बच गए। जेड़े गुरु अर्जन साहब सच्चे पातशाह जी दी सिक्ख्यावां नूं मन च वसा गए वो खतरियां तो बाहर हो गए। उन्हां दीयां भटकणां मुक गईयां। कि मैं नहीं कह रहा, ये भट्ट मथुरा जी गुरु ग्रंथ साहब जी की बाणी च कह रहे हैं ते अपने तजर्बे चो कह रहे हैं। ਹੁਣ ਇੱਥੇ ਤੇ ਸਾਨੂੰ ਯਕੀਨ ਕਰਨਾ ਹੀ ਪਏਗਾ ਨਾ। ਮੈਂ ਮੰਨ ਲਓ ਕੀ ਬੋਲਿਆ ਇਹਨੂੰ ਛੱਡ ਦਈਏ, ਇਤਿਹਾਸ ਨੇ ਕੀ ਲਿਖਿਆ 1 ਮਿੰਟ ਵਾਸਤੇ ਛੱਡ ਦਈਏ। ਜੋ ਗੁਰਬਾਣੀ 'ਚ ਜੋ ਉਹਨਾਂ ਨੇ ਆਪਣੇ ਤਜਰਬੇ 'ਚੋਂ ਵੇਖਿਆ ਤੇ ਲਿਖਿਆ ਸਾਨੂੰ ਉੱਥੇ ਤਾਂ ਯਕੀਨ ਕਰਨਾ ਹੀ ਪਏਗਾ। ਸਾਨੂੰ ਕੀ ਮਿਲਿਆ? ਮੱਥੇ ਦੇ ਭਾਗ ਗੁਰੂ ਅਰਜਨ ਸਾਹਿਬ ਜੀ ਕੋਲ ਆ ਕੇ ਜਾਗੇ। ਅਸੀਂ ਡੁੱਬ ਰਹੇ ਸਾਂ, ਡੁੱਬਣ ਤੋਂ ਬਚ ਗਏ। साड़ी भटकना मुक गई, साडा पछतावा मुक गया। तत् विचार यह है सब तो पते दी और तत् दी श्रोमणी गल वड्डी गल यह है। मथुरा भट्ट कहंदा है गुरु अर्जन साहब सच्चे पातशाह जी ने संसार विच ये जन्म लिया ही इसे करके है। वो अवतार उन्होंने धारण किया ही इस करके है कि संसार के लोगों को बचाया जाए, डुबण वालियां नू बचाया जाए, इन्हां दी बांह फड़ी जाए। और गुरु सवारियो जे गुरु बांह फड़े तो यकीनन डुबण नहीं देगा। ते जे गुरु साडे मगर मगर तुरे ते असीं अगे अगे आप दौड़ के छाल मारीए कि लै असीं तां डुबणा ही, असीं तां मरांगे, फिर कौन रखवाला होएगा? फिर कौन बचाएगा? फिर इलाज कित्थे होएगा? फिर सानू कौन आखेगा कि तुसीं डुब रहे हो कि नहीं डुब रहे? तुहाडे बचाव दा साधन की है? किहड़े तरीके नाल तुसीं बच सकदे? सानू कौन समझाए? गुरु ही समझाउंदा है ते गुरु दे अगे लग के असीं भज रहे हां। अज साडा बाणी पढ़न नूं जी करदा, सैकड़े बहाने ने साडे कोल, सैकड़े। पर घटिया तो घटिया काम भी असीं जेड़ा कोई आले दुआले च ध्यान मार के देखो, घटिया तो घटिया काम भी करना होवे ना, उहदे लई कोई बहाना नहीं, असीं सीधा ठा करदे आं भी आ लो करदा। ते बाणी सस्ता जिहा सौदा है, वेखी जाऊगी। जे बहुती जा जाती होई ते पाठी फड़ के करा लांगे, जे कोई मारी खप गया तो फिर ਉਹਦੇ मगर घला देंगे, है ना। किसी प्राणी ने चढ़ाई कर जाने तो बाद पाठ करा के तो फिर मेरे वर्गे बंदे अरदास करते ना सच्चे पातशाह जी एक बड़ी सोहनी बाणी का भाव किधर नूं जावे ते आ जिहड़ियां आत्मा सामने बैठियां खलोतियां इन्हां दा कोई मतलब नहीं गा। सामने बैठियां आत्मावां मंदियां नहीं, सामने बैठियां आत्मावां पल्ला झाड़ के तुर जांदियां ने, सामने बैठियां जिउंदियां जागदियां आत्मावां बहाने कर लैंदियां ने। ते जिहड़ी आत्मा सड़ गई स्वाह हो गई, शरीर सारा वो स्वाह भी इकट्ठी करके अगले पानी च पता नहीं कित्थे सुट आए, वो पाठी हुण मगरों फिर कह रहा भी ये ओहदे मगर घलाओ। जिहड़ी आत्मा जिउंदियां नहीं मनदी, जिहड़ी आत्मा जिउंदियां सूतर नहीं आउंदी, क्यों जी? अच्छा मैंने एक गल होर दसो, मरण तो बाद गुस्सा ना करियो, मरण तो बाद अरदास वेले साडे शब्द वरते जाते हैं कि सच्चे पातशाह जी फलाना सो जी दी आत्मा नूं शांति बख्शो।
आत्मा भड़क गई किते, कड़क गई है। हुण उहनूं शांति बख्शो जां नाम बख्शो। हुण जिथे जानी जिधर जानी, जिन्हां ले जानी सी लै गए, जिधर जाना सी चले गया, जिथे पहुंचना सी पहुंच गया। साडे हत्थ वसदा तां मसला ही नहीं रह गया। और जदों तुसीं बाणी नाल जुड़ोगे, बाणी दा पक्ष जानन दी कोशिश करोगे, सतगुरु सच्चे पातशाह पता की कहंदे आ, आ जिउंदियां ऐस आत्मा नूं शांत कर लो, इन्नी शांत कर लो, ये जिउंदियां तुरदियां फिरदियां काम कार करदियां भी ना भटके, ते मरण तो बाद कित्थे भटक चली। इहनूं जिउंदियां टिकाणे ते लै आओ, ते जिउंदियां टिकाणे ते तां ही आएगी ना, ये भटकण तो तां ही बचेगी ना जे गुरु दे लड़ लग जावांगे, गुरु दी गल सुनांगे, सतगुरु जी दा वचन विचारांगे, तां ही गल बनेगी ना। क्यों गुरु प्यारे, हो सकता है ना? मैं अपनी आत्मा, मैं तुहाडी गल नहीं कर, मैं अपनी करदा, मैं अपनी आत्मा, मैनूं पता है भी अरदास हुंदी इदां, असीं अरदास करदे हुंदे आ भी मरण तो बाद किसी प्राणी दी महाराज ओहदी आत्मा नूं शांति बख्शो। एक होर शब्द है, महाराज ओहदी आत्मा नूं सदीव काल अपने चरनां च, आपां सारे सुणदे आ ना। ते मैं हुणे कोशिश कर रहा, मैं हुणे कोशिश कर रहा भी महाराज मेरी आत्मा नूं शांति बख्शो, मेरी आत्मा नूं हुणे कोशिश करया करें। हो सकता है कोशिश करदियां करदियां पढ़दियां पढ़दियां ये आत्मा शांत होवे, टेक ही जाए किते, है ना। बड़ी आत्मा भड़कदी है, धीआं ते नूहां ते पुत्रां ते आंढ गुआंढ ते किन्नी आत्मा भड़कदी है। कई बारी रात नूं 11-11 12-12 बजे तक 10-10 12-12 बंदे आत्मा नूं फड़ के मंजे ते लम्मे पा रहे हुंदे आ। देखी भड़कदी आत्मा ना, की हाल होया हुंदा। कारण लभो, ਉਹਦੇ ਚੋਂ ਜਾ ਕੇ कारण लभो, ਜਾਂ ਜਿਹੜੇ ਉਹ ਫਿਰ ਰਾਤ ਨੂੰ ਇਦਾਂ ਉਹ ਜਿਹੜੀ ਭੂਤ ਮੰਡਲੀ ਬਣੀ ਹੁੰਦੀ ਆ ਉਹਨਾਂ ਨੂੰ ਸਵੇਰੇ ਬੈਠਿਆਂ ਨੂੰ ਵੇਖੋ ਤੇ ਫਿਰ ਉਹ ਕਾਰਨ ਵਿੱਚੋਂ ਕੁਝ ਵੀ ਨਹੀਂ ਲੱਭਦਾ, ਫਿਰ ਉਹ ਨਹੀਂ ਉਹ ਵੈਸੇ ਹੀ ਨਾ ਖਾਦੀ ਪੀਤੀ ਜਿੱਦਾਂ ਹੋ ਗਿਆ, ਇਹੀ ਕੁਝ ਹੁੰਦਾ ਨਾ। कारण भी कोई नहीं, पर अद्धी रात तक टब्बर ते आंढ गुआंढ दोस्त मित्र यब नूं फड़े रह भी बंदे नूं लम्मे पाओ, ये आत्मा भड़की नहीं। ये आत्मा भड़की हुई है, जींदी आत्मा भड़की, सामने शरेआम भड़की हुई आत्मा है। इनू किदां शांति मिलूगी? कोई इनू शांत करने वास्ते भी जोर लगे ना, इनू शांत कौन करेगा? गुरुद्वारे की गल नहीं असीं सुनते, गुरु की गल नहीं सुनते, है ना, तो असीं पाठ कथा कीर्तन एवें रवायत वजों रख लिया। बाकी सरकार का जोर लगा, वो कहते हैं भी असीं सस्ती करती है। बाकी जिहड़े हुण सस्ती चों पैसे वधणगे कहते भी इहदे नाल भुजिया भजिया लैके खा पी के ते घर नूं जाओ। इदां ही किहा ना उन्होंने, जानी कि आत्मा नूं जिहड़ी भड़की हुई आ उहदे पैरां थल्ले होर कोले रखे जा रहे आ। ते साडी आत्मा नूं शांत करन लई, साडी आत्मा नूं टिका च लिआउण लई, साडी आत्मा नूं सही थां सिर करन लई इक्को ही प्रबंध है, वो है गुरु दा ते गुरु दी बाणी दा। उधर असीं ध्यान दे नहीं रहे। असीं सुण पढ़ की रहे हां ਉਹ ਗੱਲਾਂ, ਉਹ ਕੰਮ, ਉਹ ਤੌਰ ਤਰੀਕੇ ਜਿਨ੍ਹਾਂ ਨਾਲ ਸਾਡੀ ਆਤਮਾ ਜਿਉਂਦਿਆਂ ਵੀ ਭੜਕੇ ਤੇ ਮਰਨ ਤੋਂ ਬਾਅਦ ਤਾਂ ਪਤਾ ਨਹੀਂ ਕੀ ਹੋਏਗਾ। ਰੁਕੋ, ਇਧਰੋਂ ਗੁਰੂ ਦੀ ਗੱਲ ਸੁਣੀਏ, ਗੁਰੂ ਦਾ ਪੱਖ ਜਾਣਨ ਦੀ ਕੋਸ਼ਿਸ਼ ਕਰੀਏ। सतगुरु सच्चे पातशाह जी ने बड़ियां रहमतां कीतियां और गुरु अर्जन साहब सच्चे पातशाह जी की शख्सियत दी, गुरु अर्जन साहब सच्चे पातशाह जी दे जीवन की व्याख्या करदियां भट्ट मथरा जी कहंदे आ, सत रूप सत नाम सत संतोख धरियो। और गुरु अर्जन साहब जी ने अकाल पुरख जी का सत रूप, ओदा सदा रहन वाला सच नाम, अकाल पुरख जी वालों बख्शिया होया संतोख गुरु अर्जन साहब ने हिरदे च धारण किया है, उन्होंने हिरदे च टिकाया है। नाल अगे कहंदे आद पुरख अकाल पुरख जी ने
ਪ੍ਰਤੱਖ ਲਿਖਿਓ ਅਛਰ ਮਸਤਕ ਧੁਰ। ਗੁਰੂ ਅਰਜਨ ਸਾਹਿਬ ਜੀ ਦੇ ਮਸਤਕ ਵਿੱਚ ਵੱਡੀ ਸਿਫਤ ਸਲਾਹ ਦਾ ਲੇਖ ਧੁਰ ਤੋਂ ਲਿਖ ਦਿੱਤਾ ਆ। ਪ੍ਰਗਟ ਜੋਤ ਜਗਮਗੈ। ਗੁਰੂ ਅਰਜਨ ਸਾਹਿਬ ਜੀ ਦੇ ਅੰਦਰ ਅਕਾਲ ਪੁਰਖ ਦੀ ਜੋਤ ਚਾਰਾ ਤੌਰ ਤੇ ਜਗ ਰਹੀ ਹੈ। ਤੇਜ ਭੂ ਮੰਡਲ ਛਾਇਓ। ਭੂ ਦਾ ਅਰਥ ਹੈ ਭੂਮੀ। ਇਸ ਮੰਡਲ ਵਿੱਚ, ਇਸ ਭੂਮੀ ਤੇ ਇਸ ਧਰਤੀ ਦੇ ਉੱਤੇ ਗੁਰੂ ਅਰਜਨ ਸਾਹਿਬ ਜੀ ਦਾ ਤੇਜ ਪ੍ਰਤਾਪ, ਗੁਰੂ ਅਰਜਨ ਸਾਹਿਬ ਜੀ ਦਾ ਪ੍ਰਭਾਵ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਖਸੀਅਤ ਦਾ ਅਸਰ ਪ੍ਰਤੱਖ ਤੌਰ ਤੇ ਪਿਆ ਹੋਇਆ ਹੈ। ਤੇਜ ਭੂ ਮੰਡਲ ਛਾਇਓ। ਨਾਲ ਉਹ ਕਹਿੰਦੇ ਨੇ ਪਾਰਸ ਪਰਸ, ਪਰਸ ਪਰਸ ਗੁਰ ਗੁਰੂ ਕਹਾਇਓ। ਗੁਰੂ ਅਰਜਨ ਸਾਹਿਬ ਪਾਰਸ ਗੁਰੂ ਰਾਮਦਾਸ ਜੀ ਨਾਲ ਲੱਗ ਕੇ, ਪਾਰਸ ਨਾਲ ਲੱਗ ਕੇ ਗੁਰੂ ਹੋ ਕੇ, ਗੁਰੂ ਰਾਮਦਾਸ ਜੀ ਦੀ ਬਦੌਲਤ ਗੁਰੂ ਅਰਜਨ ਸਾਹਿਬ ਅੱਜ ਗੁਰੂ ਕਹਾ ਰਹੇ। ਜੇ ਅੱਜ ਗੁਰੂ ਅਰਜਨ ਸਾਹਿਬ ਨੂੰ ਗੁਰੂ ਕਰਕੇ ਜਾਣਿਆ ਜਾ ਰਿਹਾ ਤੇ ਗੁਰੂ ਰਾਮਦਾਸ ਜੀ ਦੀ ਬਦੌਲਤ ਜਾਣਿਆ ਜਾ ਰਿਹਾ। ਮੈਂ ਇਸ ਲਾਈਨ ਨੂੰ ਫਿਰ ਇੱਕ ਵਾਰੀ ਪੜ੍ਹਦਾ। ਪਾਰਸ ਪਰਸ, ਪਰਸ ਪਰਸ ਗੁਰ ਗੁਰੂ ਕਹਾਇਓ। ਭਨ ਮਥੁਰਾ ਮੂਰਤ ਸਦਾ ਥਿਰ। ਮੂਰਤ ਸਦਾ ਥਿਰ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੂਰਤ ਭਾਵ ਸ਼ਖਸੀਅਤ, ਉਹਨਾਂ ਦੀ ਹਸਤੀ ਸਦਾ ਥਿਰ, ਉਹ ਟਿਕੀ ਹੋਈ ਆ, ਅਡੋਲ ਆ। ਉਹਦੇ ਚ ਕੋਈ ਹਿਲਜੁਲ ਨਹੀਂ, ਕੋਈ ਦੁਬਦਾ ਨਹੀਂ। ਆਖਦੇ ਨੇ ਲਾਏ ਚਿਤ ਸਨਮੁਖ ਰਹੋ। ਹੇ ਭੱਟ ਮਥੁਰਾ, ਗੁਰੂ ਅਰਜਨ ਸਾਹਿਬ ਦੇ ਚਰਨਾਂ ਨਾਲ ਚਿੱਤ ਲਾ ਕੇ ਉਹਨਾਂ ਦੇ ਸਾਹਮਣੇ ਸਨਮੁਖ ਰਹਿ। ਭੱਟ ਮਥੁਰਾ, ਗੁਰੂ ਅਰਜਨ ਦੇ ਸਾਹਮਣੇ ਰਹਿ, ਸਨਮੁਖ ਰਹਿ, ਚਿੱਤ ਲਾ ਕੇ ਚਰਨਾਂ ਵਿੱਚ ਸਾਹਮਣੇ ਰਹਿ, ਸਨਮੁਖ ਰਹਿ। ਤੇ ਅਖੀਰ ਤੇ ਕਹਿੰਦੇ ਆ ਕਲਯੁਗ ਜਹਾਜ ਅਰਜੁਨ ਗੁਰੂ, ਸਗਲ ਸ੍ਰੇਸ਼ਟ ਲਗ ਪਿਤਰੋ। हे सृष्टि दे लोको, गुरु अर्जन जहाज ने। आओ इस जहाज नाल अपना संबंध जोड़िए ते इस संसार सागर नूं तरीए। ये भट्ट मथुरा जी दा संदेश है। आओ गुरु अर्जन इस कलयुग दे विच जहाज ने, आओ इस जहाज नाल संबंध जोड़ के असीं संसार नूं तरीए। इस संसार तो पार लंघण दा गुरु नाल संबंध बना के प्रबंध कर लईए। और वैसे रहरास दा पाठ तो मेरे ख्याल तुहानूं याद होएगा। ते जे रहरास दा पाठ याद है तो पंजवें सतगुरु धन गुरु अर्जन साहब सच्चे पातशाह जी ने अखीरले 9वें शब्द विच सो पुरख दा चौथा शब्द है, ते जे सो दा सो पुरख दा इकट्ठा ले लईए तो 9वां शब्द बनता है। भई प्राप्त मानुख देवरिया वाला। ਤੁਸੀਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਿੱਤੇ ਹੋਏ ਉਸ ਉਪਦੇਸ਼ ਨੂੰ ਰੋਜ਼ ਆਪਣੇ ਗੁਰਦੁਆਰਿਆਂ 'ਚੋਂ ਸੁਣਦੇ ਹੋਵੋਗੇ। ਤੁਹਾਡੇ ਘਰਾਂ 'ਚ ਟੀਵੀ ਤੇ ਸ੍ਰੀ ਦਰਬਾਰ ਸਾਹਿਬ ਤੋਂ ਰੋਜ਼ ਰਹਿਰਾਸ ਦਾ ਪਾਠ ਆਉਂਦਾ ਹੈ। ਤੁਹਾਨੂੰ ਆਪ ਖੁਦ ਵੀ ਯਾਦ ਹੋਏਗਾ ਔਰ ਉਹ ਬੋਲ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਗੇ ਤੇ ਯਾਦ ਰੱਖਣੇ ਵੀ ਚਾਹੀਦੇ ਆ। ਜਿੱਥੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਸ਼ਬਦ ਵਿੱਚ ਇਹ ਬਾਤ ਕਹੀ, ਕੀ ਆਖਿਆ? ਸਰੰਜਾਮ ਲਾਗ ਭਵ ਜਲ ਤਰਨ ਕੈ। सरंजाम का मतलब इंतजाम विच लग। की शब्द वरते जी? सरंजाम। सरंजाम का अर्थ की है? इंतजाम। उस काम विच लग जेड़े काम नाल तू भाव सागर चों तरे, जेड़े काम नाल तू भाव सागर चों तरे। सरंजाम लाग भवजल तरन के। आगे बोलियो, जन्म वृथा जात, जन्म वृथा जात रंग माया के। माया दे रंग, रंग का अर्थ है प्यार। माया दे प्यार विच जन्म वृथा जा रहा है, व्यर्थ जा रहा है। जिन्हां नूं इह लगदा है भी अजे बचपन है, कर लांगे प्रबंध,
इंतजाम ही करना है, कर लांगे, अजे तो बचपन आ। पर चेता रखियो, जेड़े बीज बचपन दे विच जाने अणजाने विच बीजे जा रहे हैं ना, जवानी च जाके वो रुख पुटने औखे हो जाने कि नहीं होणगे। ਜਿਹੜੀਆਂ ਆਦਤਾਂ, ਜਿਹੜੇ ਲੱਛਣ ਅੱਜ ਬੱਚਾ ਸਿੱਖ ਰਿਹਾ ਛੋਟੀ ਉਮਰ 'ਚ, ਜਵਾਨੀ ਵੇਲੇ ਸੁਧਰ ਜਾਣਗੇ, ਹੋਰ ਨਹੀਂ ਪੱਕੇ ਹੋਣਗੇ। ਤੇ ਜਿਹੜੀਆਂ ਕਰਤੂਤਾਂ ਜਵਾਨੀ ਵਿੱਚ ਸਿੱਖ ਰਿਹਾ, ਕੀ ਬੁਢਾਪੇ ਵਿੱਚ ਜਾ ਕੇ ਛੱਡੀਆਂ ਜਾਣਗੀਆਂ? ਉਹ ਨਹੀਂ ਹੋ ਸਕਣਾ। और यही चीज़ां सानू दुखी करदियां, और यही सारा कुछ जिहड़ा सानू डोबण दा प्रबंध है, ये डोबण दा प्रबंध है। वैसे मैं समाप्ति वाला आवां, गुरु अर्जन साहब सच्चे पातशाह ने सुखमणी बाणी दे अंदर बहुत प्यारे बोल होर भी कहे हुए आ, तुहानू याद होणगे। बोलना जी, अंतर अगन, अंतर अगन बाहर तन स्वा। तन दे उत्ते स्वा मल लई ते बाहरों बन गया धर्मी। स्वा मल के ते दस दिता दुनिया दे लोकां नूं, मैं अग बुझा दित्ती आ, मैं शांत हो चुका आ। पर गुरु अर्जन साहब की पारखू नजर कहती बाहर स्वा आ, अग तो अंदर आ, अग तो अंदर आ। अंतर अगन बाहर तन स्वा। अगली लाइन वेखियो, गल पाथर कैसे तरया था। सानू गल च पत्थर दिसदे, पर गुरु अर्जन साहब नूं दिसदे। गुरु अर्जन साहब कहते हैं, गल च पत्थर बन के डूंगे समुद्र नूं तरन की कोशिश कर रहे। किदां तर जाएगा गल च पत्थर बन के? गल च पत्थर बन के कोई तरदा है भला? कौन तरदा है गल च पत्थर बन के? गल च पत्थर बन के तरिया नहीं जाता बंदिया, ये डुबण का प्रबंध करके बैठा तू। ये हर हालत विच, हर हालत विच ये डुब जाने का मसाला इकट्ठा कर लिया। हुण गल च किहड़े किहड़े पत्थर बधे आ ते किवें बधे आ, जे बाणी नूं पढ़ांगे तो समझ लग जाएगी। इन्हां गुझियां रमजां नूं समझण लई सानूं समां तां महाराज नूं देना ही पएगा ना। क्यों गुरु सवारियो? अखीर ते बेनती करदा, आओ गुरु अर्जन साहब जी का शहीदी दिहाड़ा मनाउंदिआं मैं भाई लंगाह जी का जिक्र किया। भाई लंगाह जी वाली दृढ़ता, विश्वास अपने जीवन विच लैके आइए। एक नाम तुसां होर सुनिया होना, ते वो बोल भी सुने होने, वो भी इसे सखी सरवरियां वाले मसले चों है, पर जिला उहदा हुशियारपुर है। उहदा नाम है भाई मंझ। उन्हें भी सिक्खी की महिमा सुनी सी, उन्हें भी सुनी सी। वो अमृतसर आके ठहरिया, रुकिया, उन्हें महाराज दे दीवान सुने, सिखां दे नाल बैठिया, सेवा करन वालियां नाल बह के वेखिया, सारा कुछ वेखिया, समा लंघिया। एक दिन बड़े चाह नाल, प्यार नाल महाराज सच्चे पातशाह जी दे कोल हाजिर हो के ते दोवें हाथ जोड़ के उन्हें एको शब्द कहा सी, महाराज मैनू सिक्खी बख्शो, मैनू सिक्खी बख्शो। ते जेड़े बोल महाराज ने अगों कहे, साडे वर्गे हुंदे ने मेरा ख्याल असी प्रसाद भी ना लेंदे मुड़ जांदे भी जा असी होर किते चले जांदे, सानू कि थां थोड़े है ना, रुपये ही 10 मत्था टेकने है ना, इत्थे नहीं ते उत्थे टेक लांगे, सानू की दिक्कत आउण लगी है? यही कुछ हुंदा है हुण। निक्कियां निक्कियां गल्लां ते असी रुसदे हां,
ਗੁਰਦੁਆਰੇ ਦੇ ਪ੍ਰਬੰਧਕਾਂ ਨਾਲ ਰੌਲਾ ਹੋ ਸਕਦਾ, ਸਾਡਾ ਗੁਰੂ ਨਾਲ ਤੇ ਕੋਈ ਰੌਲਾ ਨਹੀਂ। ਜੇ ਕਿਤੇ ਕੋਈ ਵਿਗਾੜ ਜਾਂ ਕੋਈ ਕਿਤੇ ਕੋਈ ਗੱਲ ਊਚ ਨੀਚ ਤੁਹਾਨੂੰ ਨਜ਼ਰ ਆਉਂਦੀ, ਕੋਈ ਬਾਦ ਘਾਟ ਨਜ਼ਰ ਆਉਂਦੀ, ਉਹ ਸਾਡਾ ਪ੍ਰਬੰਧਕਾਂ ਦਾ ਰੌਲਾ ਹੋ ਸਕਦਾ, ਮੇਰਾ ਪ੍ਰਚਾਰਕ ਦਾ ਕਿਸੇ ਦਾ ਰੌਲਾ ਹੋ ਸਕਦਾ, ਉਹ ਗੁਰੂ ਦਾ ਰੌਲਾ ਨਹੀਂ ਹੈ। ਵੱਧ ਘੱਟ ਮੈਂ ਹੋਇਆ, ਰੌਲਾ ਮੇਰੇ ਨਾਲ, ਤੇ ਛੱਡਿਆ ਕੀ? ਹਾਂਜੀ, ਹਾਂ ਗੁਰੂ। ਫਿਰ ਇਧਰ ਉਧਰ ਮੱਥੇ ਮਾਰਦੇ ਫਿਰਦੇ ਆ, ਕਿੰਨਾ ਕੁਛ ਵਾਪਰ ਰਿਹਾ। ਭਾਈ ਮੰਝ ਨੂੰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਐਨ ਮੌਕੇ ਤੇ, ਉਸੇ ਵੇਲੇ ਜਦੋਂ ਉਹਨੇ ਕਿਹਾ ਕਿ ਮਹਾਰਾਜ ਸਿੱਖੀ ਬਖਸ਼ੋ, ਇੰਨਾ ਹੀ ਕਿਹਾ ਉਹਨੇ, ਸਿੱਖੀ ਬਖਸ਼ੋ, ਤੇ ਗੁਰੂ ਅਰਜਨ ਸਾਹਿਬ ਨੇ ਮੋੜਵਾ ਹੀ ਨਾਲ ਉਸੇ ਵੇਲੇ, ਜਿਵੇਂ ਇੰਜ ਕਹਿ ਲੋ ਕਿ ਲੋਹਾ ਗਰਮ ਵੇਖ ਕੇ ਮਹਾਰਾਜ ਨੇ ਨਾਲ ਹੀ ਸੱਟ ਮਾਰੀ। ਭਾਈ ਮੰਝ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ, ਨਹੀਂ ਟਿਕਦੀ। ਇਹਦਾ ਮਤਲਬ ਮਹਾਰਾਜ ਮੰਝ ਦੇ ਉਸ ਸਾਰੇ ਸਿਲਸਿਲੇ ਨੂੰ ਜਾਣਦੇ ਆ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਮੰਝ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ। ਜੇ ਨਾਰਾਜ਼ ਨਾ ਹੋ ਤੇ ਆਪਣੇ ਅੰਦਰ ਗੁਰੂ ਦੇ ਕੋਲ ਬਹਿ ਕੇ, ਕੱਲਿਆਂ ਕਿਤੇ ਬਹਿ ਜਿਓ। ਅੱਜ ਨਹੀਂ ਜੀ ਕਰਦਾ ਨਾ ਸਹੀ, ਕੱਲਿਆਂ ਕਿਤੇ ਗੁਰਦੁਆਰੇ ਜਦੋਂ ਦੁਪਹਿਰੇ ਕੋਈ ਨਾ ਹੋਵੇ, ਉਦੋਂ ਕੱਲਿਆਂ ਗੁਰੂ ਕੋਲ ਬਹਿ ਕੇ, ਉਦੋਂ ਥੋੜਾ ਜਿਹਾ ਗੁਰੂ ਨਾਲ ਗੱਲ ਕਰਕੇ ਤੇ ਇਦਾਂ ਧਿਆਨ ਮਾਰਿਓ ਵੀ ਆਪਾਂ ਸਿੱਖੀ ਤੇ ਸਿੱਖੀ, ਕਿੰਨੀਆਂ ਕਿ ਸਿੱਖੀਆਂ ਦੇ ਉੱਤੇ ਸਿੱਖੀ ਟਿਕਾਈ ਹੋਈ ਹੈ। ਮੈਂ ਆਮ ਤੌਰ ਤੇ ਅੱਗੇ ਵੀ ਕਹਿੰਦਾ ਹੁੰਦਾ, ਜਿਹੜੀ ਸੌਖਿਆਂ ਸਮਝ ਲੱਗ ਜਾਂਦੀ ਆ, ਤੁਹਾਡੇ ਕੋਲ ਘਰਾਂ 'ਚ ਛੋਟੇ ਜਾਂ ਵੱਡੇ ਮੋਬਾਈਲ ਆ, ਉਹ ਮੋਬਾਈਲ ਦੇ ਉੱਤੇ ਉਹਦੀ ਕੰਪਨੀ ਦਾ ਨਾਮ ਲਿਖਿਆ ਹੋਇਆ, ਸੈਮਸੰਗ ਦਾ ਆ, ਸੈਮਸੰਗ ਲਿਖਿਆ, ਜਾਂ ਦੂਜਾ ਤੀਜਾ ਜੋ ਵੀ ਇੱਥੇ ਉਹਨਾਂ ਦੇ ਉੱਤੇ ਨਾਮ ਲਿਖਿਆ ਹੋਇਆ। ਮੋਟਰਸਾਈਕਲ ਦੇ ਉੱਤੇ ਮੋਟਰਸਾਈਕਲ ਵਾਲਿਆਂ ਨੇ ਆਪਣੀ ਕੰਪਨੀ ਦਾ ਨਾਮ ਦਿੱਤਾ ਹੋਇਆ, ਫ੍ਰਿਜ ਦੇ ਉੱਤੇ ਲੱਗਾ ਹੋਇਆ, ਟੀਵੀ ਦੇ ਉੱਤੇ ਲੱਗਾ ਹੋਇਆ, ਹੈਗਾ ਨਾ ਜੀ। ਸੌਖਿਆ ਸਮਝ ਆ ਜਾਂਦਾ। ਹਰ ਇੱਕ ਚੀਜ਼ ਦੇ ਉੱਤੇ ਕੰਪਨੀ ਨੇ ਆਪਣਾ, ਜੋ ਖਾਣ ਪੀਣ, ਦੂਜਾ ਤੀਜਾ, ਜੋ ਸਭ ਹਰ ਚੀਜ਼ ਦੇ ਉੱਤੇ ਆਪੋ ਆਪਣਾ ਉਹਨਾਂ ਨੇ ਲੋਗੋ ਲਾਇਆ ਹੋਇਆ। ਠੀਕ ਹੈ ਜੀ। ਹੁਣ ਤੁਸੀਂ ਮੋਬਾਈਲ ਹੱਥ ਵਿੱਚ ਫੜੋ, ਪੈਸੇ ਕੋਲ ਲੈ ਕੇ ਜਾਓ, ਤੇ ਉਸ ਮੋਬਾਈਲ ਦੇ ਉੱਤੇ ਮਗਰਲੇ ਪਾਸੇ 10 ਸਟicker ਲੱਗੇ ਹੋਣ, ਸੈਮਸੰਗ ਦਾ ਵੀ ਲੱਗਾ ਹੋਵੇ, ਉਹਤੇ ਐਪਲ ਦਾ ਵੀ ਲੱਗਾ ਹੋਵੇ, ਉਹਤੇ ਦੂਜੇ ਤੀਜੇ 10 ਉਹਦੇ ਤੇ ਪਿੱਛੇ ਲੋਗੋ ਲੱਗੇ ਹੋਣ, ਤੇ ਤੁਸੀਂ ਕੀ ਕਰੋਗੇ ਭਲਾ? ਇਹ ਕਿਹੜੀ ਕੰਪਨੀ ਦਾ? ਇਹਦਾ ਜ਼ਿੰਮੇਵਾਰ ਕੌਣ? ਇਹਨੂੰ ਬਣਾਇਆ ਕਿੰਨੇ ਆ? ਇਹਦਾ ਵਾਲੀਵਾਰਸ ਕੌਣ ਆ? ਤੁਸੀਂ ਮੋਬਾਈਲ 'ਚ ਸਿਮ ਪਾਓ ਤੇ ਉਹਦੇ ਥਾਂ ਤੇ ਆਈਡੀਆ ਦੀ ਥਾਂ ਤੇ, ਜਾਂ ਵੋਡਾਫੋਨ ਦੀ ਥਾਂ ਤੇ, ਜਾਂ ਜੀਓ ਦੀ ਥਾਂ ਤੇ ਉਹਦੇ ਤੇ 6-7 ਟਾਵਰ ਇਕੱਠੇ ਆ ਜਾਣ, ਤੁਸੀਂ ਸੋਚੋਗੇ ਵੀ ਇਹ ਕੰਪਨੀ ਕਿਹੜੀ ਦੀ ਵਾਲੀ ਸਿਮ ਹੈ? ਇਹ ਸਾਰੇ ਟਾਵਰ ਬੋਲੀ ਜਾਂਦੇ ਆ। ਮੋਟਰਸਾਈਕਲ ਦੇ ਉੱਤੇ 10-15 ਸਟicker ਲੱਗੇ ਹੋਣ, ਲੈ ਲੋਗੇ ਉਹਨੂੰ? ਇਹ ਕਿਹੜੀ ਕੰਪਨੀ ਦਾ, ਕਿਹੜਾ ਬ੍ਰਾਂਡ, ਕਿੱਥੋਂ ਹੈ, ਕੌਣ ਹੈ ਇਹਦਾ ਜ਼ਿੰਮੇਵਾਰ? ਉਹ ਨਹੀਂ ਭਾਈ, ਅਸੀਂ ਇਦਾਂ ਨਹੀਂ ਚੱਲ ਰਹੇ। ਅਸੀਂ ਉਹਦੇ ਨਾਂ ਨੂੰ ਵੇਖ ਰਹੇ ਹਾਂ, ਉਹਦੇ ਬ੍ਰਾਂਡ ਨੂੰ, ਉਹਦੀ ਕੰਪਨੀ ਨੂੰ, ਉਹਦੀ ਮਾਰਕੀਟ ਨੂੰ ਜਾਣ ਰਹੇ ਹਾਂ, ਫਿਰ ਅਸੀਂ ਸਮਾਨ ਖਰੀਦਦੇ ਹਾਂ। ਤੇ ਜੇ ਅੱਜ ਅਸੀਂ ਆਪਣੀ ਜ਼ਿੰਦਗੀ ਨੂੰ ਪਰਖਣਾ ਹੋਵੇ ਤੇ ਸਾਡੇ ਦੇ ਉੱਤੇ ਲੋਗੋ ਦੇਖੋ ਕਿੰਨੇ ਲੱਗੇ ਹੋਏ ਆ। ਮੈਂ ਨਾਂ ਨਹੀਂ ਲੈਣੇ ਹੁਣ, ਤੁਸੀਂ ਅੰਦਾਜ਼ਾ ਲਾ ਕੇ ਦੇਖੋ। ਅਸੀਂ ਇੱਥੇ ਵੀ ਮੰਨਦੇ ਆ, ਇਹਨੂੰ ਵੀ ਮੰਨਦੇ ਆ, ਇੱਥੇ ਵੀ ਤੇਲ ਪਾਉਨੇ ਆ, ਉੱਥੇ ਵੀ ਜਾਂਦੇ ਆ, ਇੱਥੇ ਵੀ ਖੇ ਸਵਾ, ਉੱਥੋਂ ਸਵਾਹ ਦੀਆਂ ਕੁੜੀਆਂ, ਇੱਥੋਂ ਧਾਗਾ, ਉੱਥੋਂ ਪਤਾ ਨਹੀਂ ਕੀ ਕੀ, ਤੌਬਾ ਤੌਬਾ ਹੋਈ ਪਈ ਆ। ਅਸੀਂ ਕਿਹੜੀ ਕੰਪਨੀ ਦੇ ਆ? ਕਿਹੜੀ ਕੰਪਨੀ ਦੇ ਆ? ਆਪਾਂ ਨੂੰ ਕੌਣ ਪ੍ਰਮਾਣ ਕਰੂਗਾ? ਇਹਦੀ ਕੁਆਲਿਟੀ ਕੀ ਰਹੇ, ਇਹਦੀ ਕੁਆਲਿਟੀ ਕੀ ਰਹੇਗੀ? ਕੀ ਕੁਆਲਿਟੀ ਰਹਿ ਗਈ? ਜਦੋਂ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਐਸੇ ਹਾਲ ਨੂੰ ਵੇਖਦੇ ਨਾ, ਤੇ ਸੱਚੇ ਪਾਤਸ਼ਾਹ ਜੀ ਨੇ ਲਾਹਨਤ ਪਾਉਂਦੇ ਇੱਥੋਂ ਤੱਕ ਆਖ ਦਿੱਤਾ ਸੀਗਾ, ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਐਵੇਂ ਐਵੇਂ ਵਿਅਰਥੀ ਕੌਡੀਆਂ ਦੇ ਭਾਈ ਜਾ ਰਿਹਾ ਹੈ। ਇਹਦੀ ਕੀਮਤ ਹੀ ਨਹੀਂ ਪਤਾ ਇਹਨੂੰ, ਇਹਦਾ ਮਤਲਬ ਹੀ ਨਹੀਂ ਗਾ ਇਹਨੂੰ।
ਇਹ ਤਾਂ ਐਵੇਂ ਹੀ ਆ, ਘਟਾ ਮਿੱਟੀ ਡਾਈ ਜਾ ਰਿਹਾ ਵਾ, ਤੁਰਿਆ ਫਿਰਦਾ ਵਾ, ਖਾਈ ਪੀ ਜਾਂਦਾ ਬਸ। ਧਰਤੀ ਦੇ ਉੱਤੇ ਭਾਰ ਆ, ਇਧਰੋਂ ਖੇਡ ਆਈ, ਇਧਰ ਨੂੰ ਘਲਾਤੀ, ਇਧਰੋਂ ਖੇਡ ਆਈ, ਇਧਰ ਨੂੰ ਘਲਾਤੀ, ਬਸ ਇੰਨਾ ਕੀ ਕੰਮ ਹੈ ਇਹਦਾ। ਇਹ ਧਰਤੀ ਤੇ ਖੇਡ ਆਉਣ ਆਇਆ, ਕੋਈ ਕੰਮ ਥੋੜਾ ਇਹਦਾ। फिर पढ़ो, रैन गवाई सोए कह, दिवस गवाया खाए, हीरे जैसा जन्म है कौडी बदले जाए। कौडियां दे भाव जा रहा है। और मैं बेनती कर रहा, गुरु अर्जन साहब सच्चे पातशाह ने भाई मंझ नूं कहा, ते भाई मंझ ने सिर निवा के कोई गल कही सी, सच्चे पातशाह चाहिदी सिखी आ, लैनी सिखी आ, बख्शो सिखी वो छड़ देती, आज वो छड़ देती। उदों बाद अगे खड़ा नहीं, फिर तुसी पढ़ के देख लियो। वो सीधा अपने पिंड माई कंग गया हुशियारपुर, जांदियां ही उन्हें अपने घरों जिहड़ा पीरखाना बनाया सी ना, ढा के उन्हें बाहर सुट दिता। घर वालियां पूछया ये की हो गया, कित्थों आया है? अज तक ये सामने दिन च कई बार नक रगड़दा सा, अज चुक के बाहर मारिया, ये की हो गया? गल बाहर गई, पिंड वालियां पूछया, गल होर खिलर गई, इलाके वालियां पूछया ये की हो गया है? सुरत मत टिकाने है, ये की कीता ही? और एको जवाब दिंदा सी, जो लभदा सा वो सही टिकाणा लभ गया है, इस तो उत्ते होर कुछ नहीं है। अमृतसर आया, गुरु अर्जन साहब सच्चे पातशाह दे चरनां ते नमस्कार कीती, सिੱਖੀ धारण कीती और अपने इलाके का उगा प्रचारक होया। उन्हें सारा इलाका अपना गुरु घर नाल जोड़ दिता। आपां भी करिए। भाई लंगा जी वाली दृढ़ता, वो विश्वास भरोसा अपने अंदर लेके आइए। भाई मंझ वाला वो विश्वास भरोसा अपने अंदर लेके आइए। भट्ट मथरा जी वर्गी ये दृष्टि धारण करिए। असीं साडा गुरु साडे लई जहाज है, जहाज। असीं अपने गुरु जहाज नाल लग के इस संसार नूं तरांगे, संसार दीयां मुश्किलां दा हल करांगे। महाराज किरपा करन, रहमत करन, चढ़दियां कला बख्शिश करन। आस करदा कि असीं सच्चे पातशाह जी दे चरनां दे अंदर इसे तरह जुड़ बैठदियां होया, जो कई दिनां दे तुसीं ये प्रोग्राम उलीके ने। मैनूं हुणे ये वीर दस रहा सी कि साडे इतिहास दे पढ़न दे मुताबक जदों गुरु अर्जन साहब इन्हां इलाकिਆਂ ਦੇ अंदर प्रचार प्रसार ਲਈ आए और सतगुरु गुरु अर्जन साहब ने उस इतिहास दीयां तरीकां दे मुताबिक जिस दिन सरिहाली नगर दे अंदर जिहड़ा तुहाडा गुरुद्वारा चबच्चा साहब इस थां ते महाराज ने चरण पाए, सतगुरु दे कोल हिम्मत वाले सरिहाली नगर दे कुछ लोग जिहड़े जा बैठे और ये वीर दस रहा सी कि गुरु अर्जन साहब जी के शहीदी दिहाड़े नूं मुख रखदिआं ये प्रोग्राम असीं करदे हां। पर असीं कोशिश की कि वो तरीक जिहड़ी गुरु अर्जन साहब जी की इत्थे बैठण दी आ, इत्थों बाद फिर चोला साहब नूं गए आ ते गुरु अर्जन साहब उस इतिहास दीआं तरीकां दे मुताबिक 1 जून दी बनदी आ जदों गुरु अर्जन साहब इस नगर विच इत्थे आए। तो कहंदा भी असीं 1 जून तो लैके गुरु अर्जन साहब के शहीदी दिहाड़े तक ये सारा प्रोग्राम उलीकिया होया। तो मैं इन्हां दी ये गल सुन रहा सा और इस गल नूं असीं माण दे तौर ते लईए कि महाराज दा वो इतिहास, सतगुरु जी दे इस नगर विच पए उस टाइम चरण, सतगुरु दीआं होईआं बख्शिशां। तां मैं शुरू च भी कहा सी वो दीवा जगदा रखना साडे लई अत जरूरी है, क्योंकि सरहाली केवल गुरु अर्जन साहब के शहीदी दिहाड़े नहीं मना रहा, सरहाली नगर अपनी
ਗੁਰੂ ਅਰਜਨ ਸਾਹਿਬ ਵੱਲੋਂ ਬਖਸ਼ੀ ਹੋਈ ਉਸ ਵਿਰਾਸਤ ਨੂੰ ਵੀ ਅੱਗੇ ਨਾਲ ਸੰਭਾਲਣ ਦਾ ਇਹ ਯਤਨ ਕਰ ਰਿਹਾ, ਜੋ ਗੁਰੂ ਅਰਜਨ ਸਾਹਿਬ ਜੀ ਨੇ ਸਰਹਾੜੀ ਨਗਰ ਵਿੱਚ ਬਹਿ ਕੇ ਉਸ ਵੇਲੇ ਉਪਦੇਸ਼ ਸਿੱਖਿਆਵਾਂ ਇੱਥੇ ਲੋਕਾਂ ਨੂੰ ਦਿੱਤੀਆਂ। ਉਹ ਸਿੱਖਿਆਵਾਂ, ਉਹ ਸਤਿਗੁਰੂ ਦੇ ਉਪਦੇਸ਼ ਅੱਜ ਵੀ ਆਪਾਂ ਅੱਗੇ ਚਲਾਉਣ ਦਾ ਯਤਨ ਕਰ ਰਹੇ ਹਾਂ। ਇਹ ਮਾਣ ਸਾਨੂੰ ਹਮੇਸ਼ਾ ਆਪਣੇ ਅੰਦਰ ਪਾਲ ਕੇ ਰੱਖਣਾ ਚਾਹੀਦਾ ਹੈ, ਔਰ ਇਹ ਸਤਿਗੁਰੂ ਜੀ ਦੇ ਇਤਿਹਾਸ ਦੀ ਬਰਕਤ ਜਿਹੜੀ ਆ ਉਹ ਹਮੇਸ਼ਾ ਅੱਗੇ ਪੀੜ੍ਹੀ ਦਰ ਪੀੜ੍ਹੀ ਅਸੀਂ ਸੰਭਾਲ ਕੇ ਰੱਖੀਏ। ਕਿ ਕਦੀ ਉਹ ਸਮਾਂ ਸੀ ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਇੱਥੇ ਆਏ, ਅੱਜ ਉਹ ਸਮਾਂ ਹੈ ਜਦੋਂ ਗੁਰੂ ਅਰਜਨ ਸਾਹਿਬ ਜੀ ਦੀਆਂ ਸਿੱਖਿਆਵਾਂ, ਉਹਨਾਂ ਦੇ ਸ਼ਬਦ, ਉਹਨਾਂ ਦੀ ਬਾਣੀ ਸਾਡੀ ਅਗਵਾਈ ਕਰ ਰਹੀ ਹੈ, ਤੇ ਅਸੀਂ ਬਾਣੀ ਦੀ ਚਰਨ ਸ਼ਰਨ ਵਿੱਚ ਉਸੇ ਤਰੀਕੇ ਨਾਲ ਅੱਜ ਬੈਠ ਕੇ ਉਹੀ ਆਨੰਦ, ਉਹੀ ਪਿਆਰ ਅਸੀਂ ਮਾਣਦੇ ਹਾਂ। ਸੋ ਸਾਰਿਆਂ ਦਾ ਤੁਹਾਡਾ ਧੰਨਵਾਦ ਹੈ, ਤੁਸੀਂ ਪਿਆਰ ਸਹਿਤ ਕਈ ਦਿਨਾਂ ਤੋਂ ਇਸੇ ਤਰ੍ਹਾਂ ਬੈਠ ਕੇ ਸਤਿਗੁਰੂ ਦੀ ਬਾਣੀ, ਇਤਿਹਾਸ ਨੂੰ ਸ਼ਰਵਣ ਕਰਨ ਦਾ ਯਤਨ ਕਰਦੇ ਹੋ। ਜਿੰਨੀਆਂ ਵੀ ਸੰਗਤਾਂ ਰੋਜ਼ਾਨਾ ਇੱਥੇ ਹਾਜ਼ਰੀ ਭਰਦੀਆਂ, ਤੁਹਾਡਾ ਤਹਿ ਦਿਲੋਂ ਧੰਨਵਾਦ ਹੈ। ਵਿਚਾਰ ਕਰਦੇ ਹਾਂ, ਮੇਰੇ ਪਾਸੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ, ਗਲਤੀਆਂ, ਵਾਦ ਘਾਟ ਜੋ ਆਪ ਜੀ ਨੂੰ ਨਜ਼ਰ ਆਈ, ਉਹਦੇ ਲਈ ਮੈਂ ਦੋਵੇਂ ਹੱਥ ਜੋੜ ਕੇ ਆਪ ਸਾਰਿਆਂ ਪਾਸੋਂ ਖਿਮਾ ਮੰਗਦਾ, ਔਰ ਉਮੀਦ ਕਰਦਾ ਕਿ ਸਤਿਗੁਰੂ ਜੀ ਦੀ ਬਾਣੀ, ਜੋ ਸਤਿਗੁਰੂ ਜੀ ਦਾ ਉਪਦੇਸ਼ ਆਪਾਂ ਸਾਰਿਆਂ ਨੇ ਪੜ੍ਹਦੇ ਹਾਂ, ਸੁਣਦੇ ਹਾਂ, ਆਪਣੇ ਹਿਰਦਿਆਂ 'ਚ ਵੀ ਵਸਾਉਣਾ ਹੈ, ਔਰ ਆਪਣੇ ਘਰਾਂ 'ਚ ਜਾ ਕੇ ਆਪਣੇ ਭੈਣਾਂ ਭਰਾਵਾਂ, ਆਪਣੇ ਰਿਸ਼ਤੇਦਾਰਾਂ ਨੂੰ ਜਦੋਂ ਵੀ ਕਦੀ ਮੌਕਾ ਲੱਗਦਾ ਹੈ, ਤੁਸੀਂ ਉਹਨਾਂ ਨਾਲ ਵੀ ਇਹ ਗੱਲਾਂ ਸਾਂਝੀਆਂ ਕਰਨ ਦਾ ਯਤਨ ਕਰਿਆ ਕਰੋ। ਉਹਨਾਂ ਨੂੰ ਵੀ ਇਸ ਪਾਸਿਓਂ ਧਿਆਨ ਦਿਵਾਉਣ ਦਾ ਯਤਨ ਕਰਿਆ ਕਰੋ ਕਿ ਭਾਈ ਆਓ ਬਾਣੀ ਪੜ੍ਹੀਏ। ਇਤਿਹਾਸ ਦੀ ਆਹ ਗੱਲ ਸਾਨੂੰ ਰਾਤੀ ਸਮਝ ਲੱਗੀ, ਬਾਣੀ ਦੀ ਆਹ ਗੱਲ ਸਾਨੂੰ ਇਸ ਤਰੀਕੇ ਨਾਲ ਸਮਝ ਲੱਗੀ, ਆਹ ਸਾਨੂੰ ਤੁਕ ਦੀ ਸਮਝ ਲੱਗੀ। ਜਿਹੜੀ ਗੱਲ ਸਾਨੂੰ ਸਮਝ ਲੱਗਦੀ ਆ, ਦੁਨੀਆ ਦਾ ਦੇਖੋ ਕਿੰਨਾ ਕੂੜ ਕਬਾੜ ਆਪਾਂ ਮੋਬਾਈਲ ਫੋਨਾਂ ਤੇ ਜਾਂ ਇਧਰੋਂ ਉਧਰੋਂ ਹੋਰ ਕਿੰਨਾ ਕੁ ਸਾਂਝਾ ਕਰਦੇ ਆ। ਮੈਂ ਨਹੀਂ ਕਹਿੰਦਾ ਗੱਲਾਂ ਬੰਦ ਕਰ ਦਿਓ, ਤੁਸੀਂ ਗੱਲਾਂ ਤੇ ਕਰਦੇ ਹੋ, ਕਿਤੇ ਇੱਕ ਅੱਧਾ ਮਿੰਟ ਜੇ ਵਿੱਚੋਂ ਅਸੀਂ ਇਸ ਪਾਸਿਓਂ ਵੀ ਲੈ ਲਈਏ ਵੀ ਆਹ ਇੱਕ ਤੁਕ ਬਾਣੀ ਪੜ੍ਹਦੇ ਆ ਮੇਰੇ ਸਾਹਮਣੇ ਆਈ, ਭੈਣ ਮੇਰੇ ਵੀਰ ਇਹ ਕੀ ਕਹਿੰਦੀ ਆ ਮਹਾਰਾਜ ਦੀ ਤੁਕ। ਕਦੀ ਕਦੀ ਕਿਸੇ ਨੂੰ ਪੁੱਛ ਲਈਏ ਵੀ ਆਹ ਸ਼ਬਦ ਭਲਾ ਕਿਹੜੇ ਅੰਕ ਤੇ ਆ, ਕਿਹੜੇ ਪੰਨੇ ਤੇ ਆ, ਲੱਭ ਕੇ ਦੱਸੋਗੇ ਭਲਾ ਮਾੜਾ ਜਿਹਾ। ਭਾਵੇਂ ਪਤਾ ਵੀ ਹੋਵੇ, ਆਪਾਂ ਵੀ ਲੱਭ ਸਕਦੇ ਆ, ਪਰ ਜੇ ਅਗਲੇ ਨੂੰ ਵੀ ਨਾਲ ਲਾਉਣਾ ਤੇ ਉਹਨੂੰ ਵੀ ਆਪਾਂ ਕਹਿ ਸਕਦੇ ਆ, ਆਪਾਂ ਆਪ ਵੀ ਖੁਦ ਕਰ ਸਕਦੇ ਹਾਂ। तो सारे कोशिश करिया करो, जिन्ना कुछ तुसीं इत्थों सुनते हो अपने घरे परिवार बच्चे आंढ गुआंढ रिश्तेदार भैणां भरावां तक भी ये सतगुरु दीयां बातां जिहड़ियां वो पहुंचणियां चाहीदियां, उन्हां नाल भी असीं सांझ करिया करिए। तुहाडा फिर एक बारी धन्नवाद करदा है, भुल्लां चुकां दी खिमा जी। वाहिगुरू जी का खालसा, वाहिगुरू जी की फतेह। रामकली महला तीजा आनंद एक ओंकार सत गुरु प्रसाद। आनंद पाया मेरी माए सत गुरु मैं पाया। राग रतन परवार परियां शब्द गावण आईयां। कहे नानक आनंद हुआ सतगुरु मैं पाया। हर नाल रहो तू मन मेरे दुख सब विसारना। सबना गल्लां समरथ स्वामी सो क्यों मनो विसारे। साचे साहिबा क्या नहीं करते रे। सदा सिफत साला तेरी नाम मन वसावे। कहे नानक सचे साहिब क्या नहीं करते रे। साचा नाम मेरा आधार।
शांत सुख मन आए वसिया जिन इच्छा सब पुजाइया कहे नानक सुनो संतो शब्द तरो प्यारो साचा नाम मेरा आधारो बाजे पंच दूत दुध वस कीते काल कंटक मारिया कहे नानक ता सुख हुआ तित कर अनहद आजे आनंद सुनो पार ब्रह्म प्रभ पाया उतरे सगल विसूरे संत साजन पे सरसे पूरे गुर ते जानी सुनते बिन मंत नानक गुर चरण लागे वाजे अनाद तूरे सुनते पुनीत कहते पवित सतगुर रहा भरपूरे बिन मंत नानक गुर चरण लागे वाजे अनाद तूरे वाहिगुरू जी का खालसा